ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਸੁਮਨਪ੍ਰੀਤ ਕੌਰ। ਜਿਹੜੇ ਵੀ ਸਟੂਡੈਂਟਸ ਫਾਇਰਮੈਨ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ, ਜਿਵੇਂ ਕਿ ਤੁਹਾਨੂੰ ਪਤਾ ਹੈ ਫਾਇਰਮੈਨ ਦਾ ਐਗਜ਼ਾਮ 1 ਅਕਤੂਬਰ ਨੂੰ ਹੋਣ ਜਾ ਰਿਹਾ ਹੈ, ਤਾਂ ਇਸ ਕਰਕੇ ਅਸੀਂ ਤੁਹਾਡੇ ਲਈ ਡੇਲੀ ਰਾਤ ਨੂੰ ਇੱਕ ਮੌਕ ਟੈਸਟ ਤਿਆਰ ਕੀਤਾ ਜਿਹੜਾ ਕਿ ਡੇਲੀ 8 ਵਜੇ ਹੋਵੇਗਾ। ਤੇ ਇਹ ਜਿਹੜੀ ਕਲਾਸ ਆ ਤੁਹਾਨੂੰ ਅਟੈਂਪਟ ਕਰਨ ਦੇ ਅਨੇਕਾਂ ਹੀ ਫਾਇਦੇ ਹੋਣਗੇ, ਕਿਉਂਕਿ ਇੱਕ ਤਾਂ ਇਹ ਫਾਇਦਾ ਹੈ ਕਿ ਇਹ ਆਲ ਸਬਜੈਕਟ ਮੌਕ ਟੈਸਟ ਆ, ਜਿਸ ਦੇ ਵਿੱਚ ਤੁਹਾਨੂੰ ਜੀਕੇ ਦੇ ਪੈਟਰਨ ਵਗੈਰਾ ਪਤਾ ਲੱਗੇਗਾ, ਇੰਪੋਰਟੈਂਟ MCQ ਪਤਾ ਲੱਗਣਗੇ। ਇੰਪੋਰਟੈਂਟ MCQ ਤੁਹਾਨੂੰ ਮਿਲਣਗੇ ਜਿਹੜੇ ਕਿ ਅਲੱਗ-ਅਲੱਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ PTPLUS ਬੋਰਡ ਵੱਲੋਂ ਪਾਏ ਜਾਂਦੇ ਆ। ਇਸ ਤੋਂ ਇਲਾਵਾ ਮੈਥ ਤੇ ਰੀਜ਼ਨਿੰਗ ਦੇ ਕਨਸੈਪਟ ਤੁਹਾਨੂੰ ਸਿੱਖਣ ਨੂੰ ਮਿਲਣਗੇ, ਕਿਉਂਕਿ ਮੌਕ ਟੈਸਟ ਅਟੈਂਪਟ ਕਰਨ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਮੈਥ ਤੇ ਰੀਜ਼ਨਿੰਗ ਦੇ ਵਿੱਚ ਨਵਾਂ ਕੁਝ ਸਿੱਖਣ ਨੂੰ ਮਿਲੇਗਾ, ਉਹ ਵੀ ਇੱਕੋ ਵੀਡੀਓ ਦੇ ਵਿੱਚ ਤੇ ਆਲ ਸਬਜੈਕਟਸ ਦੇ ਵਿੱਚੋਂ, ਆਲ ਟੌਪਿਕ ਦੇ ਵਿੱਚੋਂ। ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ। ਜੇਕਰ ਤੁਸੀਂ ਫਾਇਰਮੈਨ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਇਸ ਵੀਡੀਓ ਨੂੰ ਭੁੱਲ ਕੇ ਵੀ ਨਾ ਛੱਡਿਓ ਤੇ ਜਿੰਨਾ ਹੋ ਸਕੇ ਸ਼ੇਅਰ ਜ਼ਰੂਰ ਕਰ ਦੇਣਾ। ਤਾਂ ਸ਼ੁਰੂ ਕਰਦੇ ਹਾਂ ਜੀ ਅਸੀਂ ਕੁਐਸਚਨ ਨੰਬਰ 1। ਹਾਂਜੀ, ਪੰਜਾਬ ਵਿੱਚ ਵਿਧਾਨ ਸਭਾ ਦੇ ਕਿੰਨੇ ਸਦਨ ਹਨ? ਦੇਖੋ, ਵਿਧਾਨ ਸਭਾ ਦੇ ਪੰਜਾਬ ਦੇ ਵਿੱਚ ਕਿੰਨੇ ਸਦਨ ਆ, ਇਹ MCQ ਆ। ਤਾਂ ਜਲਦੀ ਨਾਲ ਆਪਣਾ ਆਨਸਰ ਸੋਚੋ ਤੁਸੀਂ, ਉਸ ਤੋਂ ਬਾਅਦ ਮੇਰੇ ਨਾਲ ਮੈਚ ਵੀ ਕਰਨਾ ਹੈ। ਤਾਂ ਵਿਧਾਨ ਸਭਾ ਦੇ ਪੰਜਾਬ ਦੇ ਵਿੱਚ ਸਦਨ ਆ ਜੀ 1 ਸਦਨ। ਆਪਸ਼ਨ A ਇਜ਼ ਦਾ ਰਾਈਟ ਆਨਸਰ। 1 ਸਦਨੀ ਵਿਧਾਨ ਸਭਾ ਵਾ ਪੰਜਾਬ ਦੇ ਵਿੱਚ। ਦੇਖੋ, ਵਿਧਾਨ ਸਭਾ ਦੇ 2 ਸਦਨ ਹੁੰਦੇ ਆ, ਇੱਕ ਵਿਧਾਨ ਪਰਿਸ਼ਦ ਅਤੇ ਦੂਜਾ ਵਿਧਾਨ ਸਭਾ। ਠੀਕ ਹੈ, 28 ਰਾਜਾਂ ਦੇ ਵਿੱਚੋਂ 1 ਸਦਨ ਵਿਧਾਨ ਸਭਾ ਦਾ। 6 ਜਿਹੜੇ 28 ਰਾਜ ਆ ਉਹਨਾਂ ਦੇ ਵਿੱਚੋਂ ਪੰਜਾਬ ਦੇ ਵਿੱਚ 1 ਸਦਨੀ ਵਿਧਾਨ ਸਭਾ ਵਾ। ਅੱਧੇ ਰਾਜ ਇਸ ਤਰ੍ਹਾਂ ਦੇ ਵੀ ਆ ਜਿਨ੍ਹਾਂ ਦੇ ਵਿੱਚ 2 ਸਦਨੀ ਵਿਧਾਨ ਸਭਾ ਵਾ, ਜਿਵੇਂ ਯੂਪੀ, ਕਰਨਾਟਕ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਬਿਹਾਰ, ਤੇਲੰਗਾਨਾ। ਇਹਨਾਂ ਦੇ ਵਿੱਚ 2 ਸਦਨੀ ਵਿਧਾਨ ਸਭਾ ਵਾ। ਠੀਕ ਹੈ, ਇਹ ਵੀ ਤੁਸੀਂ ਯਾਦ ਰੱਖਣਾ। ਪਰ ਪੰਜਾਬ ਦੇ ਵਿੱਚ ਵਿਧਾਨ ਪਰਿਸ਼ਦ ਨੂੰ ਖਤਮ ਕਰ ਦਿੱਤਾ ਗਿਆ। ਉਹ ਕਿਵੇਂ ਕੀਤਾ ਗਿਆ, ਕਦੋਂ ਕੀਤਾ ਗਿਆ, ਉਹ ਅਸੀਂ ਅੱਗੇ ਡਿਸਕਸ ਕਰਦੇ ਹਾਂ। ਅਗਲਾ ਪ੍ਰਸ਼ਨ, ਪੰਜਾਬ ਵਿੱਚ ਵਿਧਾਨ ਪਰਿਸ਼ਦ ਨੂੰ ਕਦੋਂ ਰੱਦ ਕੀਤਾ ਗਿਆ? ਹਾਂਜੀ, ਪੰਜਾਬ ਦੇ ਵਿੱਚ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵਿਧਾਨ ਪਰਿਸ਼ਦ ਨੂੰ ਖਤਮ ਕਰ ਦਿੱਤਾ ਗਿਆ ਤੇ ਪੰਜਾਬ ਦੇ ਵਿੱਚ ਵਿਧਾਨ ਪਰਿਸ਼ਦ ਨੂੰ 1 ਜਨਵਰੀ 1970 ਦੇ ਵਿੱਚ ਖਤਮ ਕੀਤਾ ਗਿਆ। ਆਪਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ। ਠੀਕ ਹੈ ਜੀ। ਅਗਲਾ ਪ੍ਰਸ਼ਨ, ਪੰਜਾਬ ਹਾਈ ਕੋਰਟ ਦਾ ਡਿਜ਼ਾਈਨ ਕਿਸ ਨੇ ਕੀਤਾ ਸੀ? ਹਾਂਜੀ, ਪੰਜਾਬ ਹਾਈ ਕੋਰਟ ਦਾ ਡਿਜ਼ਾਈਨ ਕਿਸ ਨੇ ਕੀਤਾ ਸੀ? ਜਾਂ ਤੁਹਾਨੂੰ ਇਸ ਤਰ੍ਹਾਂ ਆ ਜਾਏ ਕਿ ਚੰਡੀਗੜ੍ਹ ਦਾ ਡਿਜ਼ਾਈਨ ਕਿਸ ਨੇ ਕੀਤਾ ਸੀ? ਤਾਂ ਪੰਜਾਬ ਹਾਈ ਕੋਰਟ ਅਤੇ ਚੰਡੀਗੜ੍ਹ ਦਾ ਡਿਜ਼ਾਈਨ ਕੀਤਾ ਸੀ ਜੀ ਲੀ ਕਾਰਬੂਸ਼ੀਅਰ ਨੇ। ਆਪਸ਼ਨ ਨੰਬਰ C ਇਜ਼ ਦਾ ਰਾਈਟ ਆਨਸਰ। ਤੁਹਾਨੂੰ ਕਾਰਬੂਜ਼ਰ ਵੀ ਲਿਖਿਆ ਆ ਸਕਦਾ, ਇਸ ਗੱਲ ਤੇ ਧਿਆਨ ਰੱਖਣਾ ਤੁਸੀਂ। ਅਗਲਾ ਪ੍ਰਸ਼ਨ, ਪੰਜਾਬ ਹਾਈ ਕੋਰਟ ਦਾ ਉਦਘਾਟਨ ਕਿਸ ਨੇ ਕੀਤਾ ਸੀ? ਹਾਂਜੀ, ਪੰਜਾਬ ਹਾਈ ਕੋਰਟ ਦਾ ਜਿਹੜਾ ਉਦਘਾਟਨ ਆ ਉਹ ਕਿਹਨਾਂ ਨੇ ਕੀਤਾ ਸੀ? ਤੇ ਇਹ ਕੀਤਾ ਸੀ ਜੀ ਸਾਡੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਨੇ। ਕੌਣ ਸੀ ਪਹਿਲੇ ਪ੍ਰਧਾਨ ਮੰਤਰੀ? ਪੰਡਿਤ ਜਵਾਹਰ ਲਾਲ ਨਹਿਰੂ। ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਓਪਰੇਸ਼ਨ ਬਲੂ ਸਟਾਰ ਸਮੇਂ ਪੰਜਾਬ ਦਾ ਮੁੱਖ ਮੰਤਰੀ ਕੌਣ ਸੀ? ਹਾਂਜੀ, ਜਿਸ ਸਮੇਂ ਆਪਰੇਸ਼ਨ ਬਲੂ ਸਟਾਰ ਹੋਇਆ ਵਾ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਕੌਣ ਸੀ? ਵੈਸੇ ਤਾਂ ਉਸ ਸਮੇਂ ਰਾਸ਼ਟਰਪਤੀ ਰਾਜ ਲੱਗਿਆ ਹੋਇਆ ਸੀ। ਜੇਕਰ ਤੁਹਾਨੂੰ ਰਾਸ਼ਟਰਪਤੀ ਰਾਜ ਦੀ ਆਪਸ਼ਨ ਆਉਂਦੀ ਹੈ ਤਾਂ ਤੁਸੀਂ ਰਾਸ਼ਟਰਪਤੀ ਰਾਜ ਲਗਾ ਕੇ ਆਓਗੇ। ਠੀਕ ਹੈ, ਤੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਿਸ ਸਮੇਂ ਆਪਰੇਸ਼ਨ ਬਲੂ ਸਟਾਰ ਹੋਇਆ ਸੀ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਸੀਗੇ ਕੌਣ ਸੀਗੇ? ਦਰਬਾਰਾ ਸਿੰਘ, ਜਿਹੜੇ ਕਿ ਕਾਂਗਰਸ ਪਾਰਟੀ ਦੇ ਸੀ। ਤੇ ਆਪਸ਼ਨ B ਇਜ਼ ਦਾ ਰਾਈਟ ਆਨਸਰ। ਤੇ ਭਾਰਤ ਦੇ ਪ੍ਰਧਾਨ ਮੰਤਰੀ ਕੌਣ ਸੀ? ਇੰਦਰਾ ਗਾਂਧੀ। ਠੀਕ ਹੈ, ਉਸ ਸਮੇਂ। ਅਗਲਾ ਪ੍ਰਸ਼ਨ, ਸ਼੍ਰੋਮਣੀ ਅਕਾਲੀ ਦਲ ਦਾ ਹੈੱਡਕੁਆਟਰ ਕਿੱਥੇ ਸਥਿਤ ਹੈ? ਹਾਂਜੀ, ਸ਼੍ਰੋਮਣੀ ਅਕਾਲੀ ਦਲ ਦੀ ਗੱਲ ਹੋ ਰਹੀ ਆ। ਠੀਕ ਹੈ, ਨਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ। ਇਸ ਗੱਲ ਤੇ ਜ਼ਰੂਰ ਧਿਆਨ ਦੇਣਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਹੈੱਡਕੁਆਟਰ ਆ ਉਹ ਹੈਗਾ ਜੀ ਅੰਮ੍ਰਿਤਸਰ। ਠੀਕ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਦਾ ਹੈਗਾ ਵਾ ਅੰਮ੍ਰਿਤਸਰ। ਪਰ ਜੇਕਰ ਤੁਹਾਨੂੰ ਆ ਜੇ ਸ਼੍ਰੋਮਣੀ ਅਕਾਲੀ ਦਲ ਤਾਂ ਇਸ ਦਾ ਹੈੱਡਕੁਆਟਰ ਆ ਚੰਡੀਗੜ੍ਹ ਦੇ ਵਿੱਚ। ਆਪਸ਼ਨ D ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਆਪਰੇਸ਼ਨ ਬਲੂ ਸਟਾਰ ਸਮੇਂ ਆਪਰੇਸ਼ਨ ਬਲੂ ਸਟਾਰ ਪੰਜਾਬ ਵਿੱਚ ਕਦੋਂ ਹੋਇਆ ਸੀ? ਉੱਪਰ ਮੈਂ ਇਸੇ ਲਈ ਨਹੀਂ ਤੁਹਾਨੂੰ ਦੱਸਿਆ ਸੀ ਕਿ ਕਦੋਂ ਹੋਇਆ ਸੀ, ਇਹ ਜ਼ਰੂਰ ਦੱਸਦਾ ਸੀ ਕਿ ਮੁੱਖ ਮੰਤਰੀ ਕੌਣ ਸੀ ਉਸ ਸਮੇਂ? ਦਰਬਾਰਾ ਸਿੰਘ, ਜਿਹੜੇ ਕਾਂਗਰਸ ਪਾਰਟੀ ਦੇ ਸੀਗੇ। ਤੇ ਜੂਨ 1984 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਆਪਰੇਸ਼ਨ ਬਲੂ ਸਟਾਰ ਹੋਇਆ ਸੀ। ਠੀਕ ਹੈ ਜੀ।
ਤੇ ਆਪਰੇਸ਼ਨ ਬਲੂ ਸਟਾਰ ਤੁਸੀਂ ਸੋਚ ਰਹੇ ਹੋਵੋਗੇ ਕਿ ਕਿਹਨੂੰ ਕਿਹਾ ਜਾਂਦਾ। ਜੂਨ 1984 ਦੇ ਵਿੱਚ ਅੰਮ੍ਰਿਤਸਰ ਵਿਖੇ ਸ਼੍ਰੀ ਦਰਬਾਰ ਸਾਹਿਬ ਤੇ ਭਾਰਤੀ ਫੌਜ ਦੇ ਹਮਲੇ ਨੂੰ ਆਪਰੇਸ਼ਨ ਬਲੂ ਸਟਾਰ ਕਿਹਾ ਜਾਂਦਾ। ਠੀਕ ਹੈ ਜੀ, ਇਹ ਤੁਸੀਂ ਧਿਆਨ ਰੱਖਣਾ। ਤਾਂ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹੈ 1984। ਅਗਲਾ ਪ੍ਰਸ਼ਨ, ਅਜੋਕੇ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਕੌਣ ਸੀ? ਹਾਂਜੀ, ਅਜੋਕੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਕੌਣ ਸੀ? ਤਾਂ ਰਾਈਟ ਆਨਸਰ ਹੈ ਜੀ ਗੋਪੀ ਚੰਦ ਭਾਰਗਵ। ਗੋਪੀ ਚੰਦ ਭਾਰਗਵ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਸੀਗੇ। ਠੀਕ ਹੈ, ਅਜੋਕੇ ਪੰਜਾਬ ਦੇ ਲਿਖਿਆ, ਜਾਣੀ ਕਿ ਆਜ਼ਾਦ ਹੋ ਚੁੱਕਿਆ ਪੰਜਾਬ, ਜਿਹੜਾ ਕਿ ਹੁਣ ਦਾ ਪੰਜਾਬ ਆ। ਅਗਲਾ ਪ੍ਰਸ਼ਨ, ਸ਼੍ਰੋਮਣੀ ਅਕਾਲੀ ਦਲ ਦਾ ਪਹਿਲਾ ਮੁੱਖ ਮੰਤਰੀ ਕੌਣ ਸੀ? ਹਾਂਜੀ, ਸ਼੍ਰੋਮਣੀ ਅਕਾਲੀ ਦਲ ਇਸ ਦੇ ਪਹਿਲੇ ਮੁੱਖ ਮੰਤਰੀ ਕੌਣ ਸੀਗੇ? ਤਾਂ ਉਹ ਸੀਗੇ ਜੀ ਜਸਟਿਸ ਗੁਰਨਾਮ ਸਿੰਘ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਪੰਜਾਬ ਵਿੱਚ ਪਹਿਲੀ ਵਾਰ ਰਾਸ਼ਟਰਪਤੀ ਰਾਜ ਕਦੋਂ ਲਾਗੂ ਕੀਤਾ ਗਿਆ ਸੀ? ਹਾਂਜੀ, ਪੰਜਾਬ ਦੇ ਵਿੱਚ ਪਹਿਲੀ ਵਾਰ, ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ 8 ਵਾਰ ਰਾਸ਼ਟਰਪਤੀ ਰਾਜ ਲੱਗਿਆ ਵਾ, ਯਾਨੀ ਕਿ ਐਮਰਜੈਂਸੀ ਲੱਗੀ ਆ। ਤੇ ਇਹਨਾਂ ਦੇ ਵਿੱਚੋਂ ਪਹਿਲੀ ਵਾਰ ਕਦੋਂ ਲਾਗੂ ਕੀਤਾ ਗਿਆ ਸੀਗਾ? 1951 ਦੇ ਵਿੱਚ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਪੰਜਾਬ ਵਿੱਚ ਕਾਂਗਰਸ ਪਾਰਟੀ ਦਾ ਪਹਿਲਾ ਮੁੱਖ ਮੰਤਰੀ ਕੌਣ ਸੀ? ਹਾਂਜੀ, ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਪਹਿਲੇ ਮੁੱਖ ਮੰਤਰੀ ਕੌਣ ਸੀਗੇ? ਤਾਂ ਕਾਂਗਰਸ ਪਾਰਟੀ ਦੇ ਪਹਿਲੇ ਮੁੱਖ ਮੰਤਰੀ ਪੁੱਛ ਲਿਆ ਜਾਵੇ ਤਾਂ ਕੌਣ ਸੀਗੇ ਜੀ? ਇਹ ਸੀਗੇ ਡਾਕਟਰ ਗੋਪੀ ਚੰਦ ਭਾਰਗਵ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ, ਪ੍ਰਕਾਸ਼ ਸਿੰਘ ਬਾਦਲ ਹੁਣ ਤੱਕ ਪੰਜਾਬ ਦੇ ਕਿੰਨੇ ਵਾਰ ਮੁੱਖ ਮੰਤਰੀ ਬਣ ਚੁੱਕੇ ਹਨ? ਹਾਂਜੀ, ਪ੍ਰਕਾਸ਼ ਸਿੰਘ ਬਾਦਲ ਹੁਣ ਤੱਕ ਪੰਜਾਬ ਦੇ 5 ਵਾਰ ਮੁੱਖ ਮੰਤਰੀ ਬਣੇ ਆ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਕੌਣ ਸੀ? ਹਾਂਜੀ, ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਸੀ ਜੀ ਰਜਿੰਦਰ ਕੌਰ ਭੱਠਲ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਆਖਰੀ ਵਾਰ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਕਦੋਂ ਲਾਗੂ ਕੀਤਾ ਗਿਆ ਸੀ? ਹਾਂਜੀ, ਆਖਰੀ ਵਾਰ ਪੰਜਾਬ ਦੇ ਵਿੱਚ ਜਿਹੜਾ ਰਾਸ਼ਟਰਪਤੀ ਰਾਜ ਲਾਗੂ ਹੋਇਆ ਸੀ, ਐਮਰਜੈਂਸੀ ਲੱਗੀ ਸੀ, ਉਹ 1987 ਦੇ ਵਿੱਚ ਲੱਗੀ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਜਦੋਂ ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਆਈ ਸੀ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਕੌਣ ਸੀ? ਹਾਂਜੀ, ਆਪਰੇਸ਼ਨ ਬਲੂ ਸਟਾਰ ਦੀ ਆਪਾਂ ਗੱਲ ਕੀਤੀ ਸੀਗੀ, ਉਸ ਸਮੇਂ ਤਾਂ ਸੀਗੇ ਦਰਬਾਰਾ ਸਿੰਘ। ਤੇ ਹੁਣ ਜਦੋਂ ਹਰੀ ਕ੍ਰਾਂਤੀ ਆਈ ਆ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਕੌਣ ਸੀ? ਇਹ ਤੁਹਾਨੂੰ ਪੁੱਛਿਆ ਜਾ ਰਿਹਾ ਹੈ। ਤਾਂ ਹਰੀ ਕ੍ਰਾਂਤੀ ਦੇ ਸਮੇਂ ਮੁੱਖ ਮੰਤਰੀ ਸੀਗੇ ਜੀ ਪੰਜਾਬ ਦੇ ਰਾਮ ਕ੍ਰਿਸ਼ਨ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਤੇ ਹੁਣ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ ਕਿ ਹਰੀ ਕ੍ਰਾਂਤੀ ਪੰਜਾਬ ਦੇ ਵਿੱਚ ਆਈ ਕਦੋਂ ਸੀ। ਅਗਲਾ ਪ੍ਰਸ਼ਨ, ਪੰਜਾਬ ਵਿੱਚ ਰਾਜ ਸਭਾ ਲਈ ਕਿੰਨੇ ਮੈਂਬਰ ਚੁਣੇ ਜਾਂਦੇ ਹਨ? ਹਾਂਜੀ, ਪੰਜਾਬ ਦੇ ਵਿੱਚ ਜਿਹੜੀ ਰਾਜ ਸਭਾ ਦੇ ਮੈਂਬਰ ਆ ਉਹ ਕਿੰਨੇ ਚੁਣੇ ਜਾਂਦੇ ਆ? ਤਾਂ ਰਾਜ ਸਭਾ ਦੇ ਮੈਂਬਰ ਚੁਣੇ ਜਾਂਦੇ ਆ ਜੀ 7। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਰਾਜ ਸਭਾ ਦੇ ਮੈਂਬਰਾਂ ਦਾ ਕਾਰਜਕਾਲ 6 ਸਾਲ ਦਾ ਹੁੰਦਾ ਤੇ ਰਾਜ ਸਭਾ ਨੂੰ ਸੰਸਦ ਦੇ ਉੱਪਰਲੇ ਸਦਨ ਵਜੋਂ ਜਾਣਿਆ ਜਾਂਦਾ, ਹੇਠਲਾ ਸਦਨ ਲੋਕ ਸਭਾ ਦਾ। ਜੇਕਰ ਤੁਹਾਨੂੰ ਸਭ ਤੋਂ ਜ਼ਿਆਦਾ ਰਾਜ ਸਭਾ ਦੇ ਮੈਂਬਰ ਪੁੱਛ ਲਏ ਜਾਣ ਕਿ ਸਭ ਤੋਂ ਜ਼ਿਆਦਾ ਮੈਂਬਰ ਆ ਜਿਹੜੇ ਕਿੱਥੋਂ ਚੁਣੇ ਜਾਂਦੇ ਆ ਰਾਜ ਸਭਾ ਦੇ ਵਿੱਚ, ਤਾਂ ਸਭ ਤੋਂ ਜ਼ਿਆਦਾ ਯੂਪੀ ਦੇ ਵਿੱਚੋਂ ਮੈਂਬਰ ਚੁਣੇ ਜਾਂਦੇ ਆ ਰਾਜ ਸਭਾ ਲਈ। 31 ਮੈਂਬਰ ਆ ਯੂਪੀ ਦੇ ਵਿੱਚੋਂ ਚੁਣੇ ਜਾਂਦੇ। ਅਗਲਾ ਪ੍ਰਸ਼ਨ, ਪੰਜਾਬ ਰਾਜ ਵਿੱਚ ਲੋਕ ਸਭਾ ਦੇ ਕਿੰਨੇ ਮੈਂਬਰ ਚੁਣੇ ਜਾਂਦੇ ਹਨ? ਹਾਂਜੀ, ਰਾਜ ਸਭਾ ਦੇ ਤਾਂ ਮੈਂ ਤੁਹਾਨੂੰ ਦੱਸ ਦਿੱਤਾ ਕਿ ਕਿੰਨੇ ਚੁਣੇ ਜਾਂਦੇ ਨੇ, 7। ਤੇ ਲੋਕ ਸਭਾ ਦੇ ਕਿੰਨੇ ਚੁਣੇ ਜਾਂਦੇ ਨੇ? 13। ਲੋਕ ਸਭਾ ਦੇ 13 ਮੈਂਬਰ ਚੁਣੇ ਜਾਂਦੇ ਆ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। 117 ਮੈਂਬਰ ਵਿਧਾਨ ਸਭਾ ਦੇ ਚੁਣੇ ਜਾਂਦੇ ਆ। ਠੀਕ ਹੈ, 7 ਮੈਂਬਰ ਰਾਜ ਸਭਾ ਦੇ ਚੁਣੇ ਜਾਂਦੇ ਆ, ਇਸ ਗੱਲ ਦਾ ਧਿਆਨ ਰੱਖਣਾ। ਤੇ ਲੋਕ ਸਭਾ ਦਾ ਮੈਂਬਰਾਂ ਦਾ ਕਾਰਜਕਾਲ 5 ਸਾਲ ਦਾ ਹੁੰਦਾ। ਅਗਲਾ ਪ੍ਰਸ਼ਨ ਆ ਜੀ, ਪੰਜਾਬ ਵਿੱਚ ਵਿਧਾਨ ਸਭਾ ਕਿੰਨੇ ਮੈਂਬਰ ਚੁਣੇ ਜਾਂਦੇ ਹਨ? ਹਾਂਜੀ, ਪੰਜਾਬ ਦੇ ਵਿੱਚ ਵਿਧਾਨ ਸਭਾ ਦੇ ਕਿੰਨੇ ਮੈਂਬਰ ਚੁਣੇ ਜਾਂਦੇ ਹਨ? ਤਾਂ ਉਹ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਸੀ। ਤਾਂ ਸੌਰੀ, ਬਾਈ ਮਿਸਟੇਕ ਮੈਂ ਆਨਸਰ ਦੱਸ ਦਿੱਤਾ, ਯਾਨੀ ਕਿ ਉੱਪਰਲੇ MCQ ਦੇ ਵਿੱਚ। ਤੇ ਜੇ ਥੋੜਾ ਜਿਹਾ ਵੀ ਦਿਮਾਗ 'ਚ ਹੁੰਦਾ ਤਾਂ ਨਹੀਂ ਦੱਸਣਾ ਸੀ, ਕਿਉਂਕਿ ਇਹ ਤੁਹਾਡਾ ਟੈਸਟ ਆ। ਤਾਂ ਇਸ ਦੇ ਵਿੱਚ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 117, ਵਿਧਾਨ ਸਭਾ ਦੇ ਮੈਂਬਰ ਚੁਣੇ ਜਾਂਦੇ। ਹੁਣ ਤੁਸੀਂ ਯਾਦ ਰੱਖਣਾ, ਲੋਕ ਸਭਾ ਦੇ 13 ਮੈਂਬਰ ਚੁਣੇ ਜਾਂਦੇ ਆ, ਰਾਜ ਸਭਾ ਦੇ 7 ਤੇ ਵਿਧਾਨ ਸਭਾ ਦੇ 117। ਠੀਕ ਹੈ। ਅਗਲਾ ਪ੍ਰਸ਼ਨ, ਪੰਜਾਬ ਰਾਜ ਵਿੱਚ ਸਰਪੰਚ ਬਣਨ ਲਈ ਘੱਟੋ ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ? ਹਾਂਜੀ, ਪੰਜਾਬ ਦੇ ਵਿੱਚ ਸਰਪੰਚ ਬਣਨ ਦੇ ਲਈ ਜਿਹੜੀ ਘੱਟੋ ਘੱਟ ਉਮਰ ਆ
ਉਹ ਹੋਣੀ ਚਾਹੀਦੀ ਹੈ 21 ਸਾਲ। ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ। ਦੇਖੋ 73ਵੀਂ ਸੋਧ 24 ਅਪ੍ਰੈਲ 1993 ਦੇ ਵਿੱਚ ਕੀਤੀ ਗਈ ਸੀ। ਇਸ ਦੇ ਕਰਕੇ ਹਰੇਕ ਸਾਲ 24 ਅਪ੍ਰੈਲ ਨੂੰ ਪੰਚਾਇਤੀ ਦਿਵਸ ਮਨਾਇਆ ਜਾਂਦਾ। ਇਸ ਗੱਲ ਦਾ ਤੁਸੀਂ ਰੱਖਣਾ। ਤੇ ਸਭ ਤੋਂ ਪਹਿਲਾਂ ਪੰਚਾਇਤੀ ਰਾਜ ਦੀ ਸਥਾਪਨਾ ਜਵਾਹਰ ਲਾਲ ਨਹਿਰੂ ਨੇ 1959 ਈਸਵੀ ਦੇ ਵਿੱਚ ਰਾਜਸਥਾਨ ਦੇ ਜ਼ਿਲ੍ਹਾ ਨਗੌਰ ਦੇ ਵਿੱਚ ਕੀਤੀ ਸੀ। ਠੀਕ ਹੈ, ਇਸ ਗੱਲ ਦਾ ਤੁਸੀਂ ਧਿਆਨ ਰੱਖਣਾ। ਅਗਲਾ ਪ੍ਰਸ਼ਨ ਹੈ ਜੀ, ਪੰਜਾਬ ਦੇ ਕਿਹੜੇ ਸ਼ਹਿਰ ਨੂੰ ਪਵਿੱਤਰ ਸ਼ਹਿਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ? ਵੈਰੀ ਇੰਪੋਰਟੈਂਟ। ਹਾਂਜੀ, ਪੰਜਾਬ ਦਾ ਉਹ ਕਿਹੜਾ ਸ਼ਹਿਰ ਆ ਜਿਸ ਨੂੰ ਪਵਿੱਤਰ ਸ਼ਹਿਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ? ਤਾਂ ਉਹ ਹੈਗਾ ਜੀ ਅੰਮ੍ਰਿਤਸਰ। ਆਪਸ਼ਨ ਏ ਇਜ਼ ਦਾ ਰਾਈਟ ਆਂਸਰ। ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦੇ ਨਾਮ ਨਾਲ ਜਾਣਿਆ ਜਾਂਦਾ। ਠੀਕ ਹੈ, ਤੇ ਅੰਮ੍ਰਿਤਸਰ ਦੀ ਜੇਕਰ ਆਪਾਂ ਗੱਲ ਕਰੀਏ, ਅੰਮ੍ਰਿਤਸਰ ਦੀ ਸਥਾਪਨਾ ਸਿੱਖਾਂ ਦੇ ਚੌਥੇ ਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਨੇ ਕੀਤੀ ਸੀ। ਠੀਕ ਹੈ, ਅਗਲਾ ਪ੍ਰਸ਼ਨ, ਭਾਰਤੀ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਮੌਲਿਕ ਅਧਿਕਾਰਾਂ ਦਾ ਵਰਣਨ ਕੀਤਾ ਗਿਆ? ਹਾਂਜੀ, ਭਾਰਤੀ ਸੰਵਿਧਾਨ ਦਾ ਉਹ ਕਿਹੜਾ ਭਾਗ ਆ ਜਿਹਦੇ ਵਿੱਚ ਮੌਲਿਕ ਅਧਿਕਾਰਾਂ ਦਾ ਵਰਣਨ ਕੀਤਾ ਗਿਆ? ਤਾਂ ਭਾਗ, ਇਹ ਤਾਂ ਤੁਹਾਨੂੰ ਸਭ ਨੂੰ ਪਤਾ ਹੋਵੇਗਾ ਕਿਉਂਕਿ ਡੇਲੀ ਹੀ ਅਕਸਰ ਜਦੋਂ ਅਸੀਂ ਸੰਵਿਧਾਨ ਦੀ ਗੱਲ ਕਰਦੇ ਹਾਂ ਮੈਂ ਤੁਹਾਨੂੰ ਦੱਸਦੀ ਹਾਂ ਕਿ ਭਾਰਤੀ ਸੰਵਿਧਾਨ ਦੇ ਭਾਗ 3 ਦੇ ਵਿੱਚ ਮੌਲਿਕ ਅਧਿਕਾਰਾਂ ਦਾ ਵਰਣਨ ਕੀਤਾ ਗਿਆ। ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ। ਭਾਗ 3, ਸੌਰੀ ਇੱਥੇ ਭਾਗ 3 ਸੀ। ਠੀਕ ਹੈ ਜੀ, ਭਾਗ 3 ਦੇ ਵਿੱਚ ਮਿਲਦੇ ਆ ਸਾਨੂੰ ਮੌਲਿਕ ਅਧਿਕਾਰ। ਅਨੁਛੇਦ ਕਿੰਨੇ ਤੋਂ ਮਿਲਦੇ ਆ ਉਹ ਅੱਗੇ ਡਿਸਕਸ ਕਰ ਲਵਾਂਗੇ। ਅਗਲਾ ਪ੍ਰਸ਼ਨ, ਭਾਰਤ ਵਿੱਚ ਮੌਲਿਕ ਅਧਿਕਾਰਾਂ ਦੀ ਮੰਗ ਸਭ ਤੋਂ ਪਹਿਲਾਂ ਕਿਸ ਨੇ ਕੀਤੀ ਸੀ? ਹਾਂਜੀ, ਹੁਣ ਦੱਸੋ। ਮੌਲਿਕ ਅਧਿਕਾਰਾਂ ਦੀ ਜਿਹੜੀ ਮੰਗ ਆ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਉਹ ਕੀਤੀ ਸੀਗੀ ਜੀ ਮੋਤੀ ਲਾਲ ਨਹਿਰੂ ਨੇ। ਮੋਤੀ ਲਾਲ ਨਹਿਰੂ ਨੇ ਲਿਖਤੀ ਰੂਪ ਦੇ ਵਿੱਚ ਮੰਗ ਕੀਤੀ ਸੀ, ਪਰ ਮੌਖਿਕ ਰੂਪ ਦੇ ਵਿੱਚ ਜੇ ਤੁਹਾਨੂੰ ਪੁੱਛ ਲਿਆ ਜਾਵੇ ਤਾਂ ਇਹ ਕੀਤੀ ਸੀ ਐਨੀ ਬੈਂਸਟ ਨੇ। ਠੀਕ ਹੈ, ਤਾਂ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ। ਹਾਂਜੀ, ਆਪਸ਼ਨ ਨੰਬਰ ਇੱਥੇ ਸੀ ਰਾਈਟ ਆ। ਅਗਲਾ ਪ੍ਰਸ਼ਨ, ਮੂਲ ਸੰਵਿਧਾਨ ਵਿੱਚ ਕਿੰਨੇ ਮੌਲਿਕ ਅਧਿਕਾਰ ਅੰਕਿਤ ਕੀਤੇ ਗਏ ਹਨ? ਹਾਂਜੀ, ਮੂਲ ਸੰਵਿਧਾਨ, ਜਦੋਂ ਤੁਹਾਨੂੰ ਮੂਲ ਸੰਵਿਧਾਨ ਲਿਖਿਆ ਆ ਜੇ ਨਾ ਤਾਂ ਮੂਲ ਸੰਵਿਧਾਨ ਆ ਜਿਹੜਾ ਇਸ ਦੇ ਵਿੱਚ, ਜਾਂ ਇਹਦਾ ਮਤਲਬ ਆ ਕਿ ਜਦੋਂ ਸੰਵਿਧਾਨ ਬਣ ਕੇ ਤਿਆਰ ਹੋਇਆ ਸੀ ਉਸ ਸਮੇਂ ਇਸ ਦੇ ਵਿੱਚ 7 ਮੌਲਿਕ ਅਧਿਕਾਰ ਅੰਕਿਤ ਕੀਤੇ ਗਏ ਸੀ। ਆਪਸ਼ਨ ਡੀ ਇਜ਼ ਦਾ ਰਾਈਟ ਆਂਸਰ। ਕਿਹੜੇ ਕਿਹੜੇ ਸੀਗੇ ਉਹ ਸੀਗੇ ਜੀ, ਜੇ ਅਸੀਂ 7 ਦੀ ਗੱਲ ਕਰੀਏ, ਠੀਕ ਹੈ, ਤਾਂ ਸਮਾਨਤਾ ਦਾ ਅਧਿਕਾਰ, ਸੁਤੰਤਰਤਾ ਦਾ ਅਧਿਕਾਰ, ਸ਼ੋਸ਼ਣ ਵਿਰੋਧ ਅਧਿਕਾਰ, ਧਾਰਮਿਕ ਸੁਤੰਤਰਤਾ ਦਾ ਅਧਿਕਾਰ, ਸੱਭਿਆਚਾਰ ਤੇ ਵਿਦਿਅਕ ਅਧਿਕਾਰ, ਸੰਵਿਧਾਨ ਉਪਚਾਰਾਂ ਦਾ ਅਧਿਕਾਰ, ਤੇ ਇੱਕ ਸੀਗਾ ਰਾਈਟ ਟੂ ਪ੍ਰੋਪਰਟੀ ਯਾਨੀ ਕਿ ਸੰਪत्ति ਦਾ ਅਧਿਕਾਰ। ਪਰ ਐਟ ਪ੍ਰੈਜ਼ੈਂਟ ਵਰਤਮਾਨ ਸਮੇਂ ਦੇ ਵਿੱਚ ਮੌਲਿਕ ਅਧਿਕਾਰਾਂ ਦੀ ਗਿਣਤੀ ਆ 6, ਕਿਉਂਕਿ ਜਿਹੜਾ ਸੰਪत्ति ਦਾ ਅਧਿਕਾਰ ਸੀਗਾ ਉਹਨੂੰ 44ਵੀਂ ਸੋਧ 1978 ਦੁਆਰਾ ਰਿਮੂਵ ਕਰ ਦਿੱਤਾ ਗਿਆ ਸੀਗਾ ਮੌਲਿਕ ਅਧਿਕਾਰਾਂ ਦੇ ਵਿੱਚੋਂ, ਤੇ ਉਹਨੂੰ ਕਾਨੂੰਨੀ ਅਧਿਕਾਰਾਂ ਦੇ ਵਿੱਚ ਦਰਜ ਕਰ ਦਿੱਤਾ ਗਿਆ ਸੀ, ਜਿਹੜੇ ਕਿ ਹੁਣ ਆਰਟੀਕਲ 300A ਦੇ ਵਿੱਚ ਦਰਜ ਆ। ਠੀਕ ਹੈ, ਇਸ ਗੱਲ ਦਾ ਤੁਸੀਂ ਧਿਆਨ ਰੱਖਣਾ। ਇਹਨੂੰ ਇੱਕ ਲੀਗਲ ਰਾਈਟ ਬਣਾ ਦਿੱਤਾ ਗਿਆ, ਰਾਈਟ ਟੂ ਪ੍ਰੋਪਰਟੀ ਨੂੰ। ਹੁਣ ਅਗਲਾ ਪ੍ਰਸ਼ਨ ਆ ਜੀ, ਭਾਰਤੀ ਸੰਵਿਧਾਨ ਦਾ ਮੈਗਨਾ ਕਾਰਟਾ ਕਿਸ ਨੂੰ ਕਿਹਾ ਜਾਂਦਾ ਹੈ? ਹਾਂਜੀ, ਭਾਰਤੀ ਸੰਵਿਧਾਨ ਦਾ ਮੈਗਨਾ ਕਾਰਟਾ ਮੂਲ ਅਧਿਕਾਰਾਂ ਨੂੰ ਕਿਹਾ ਜਾਂਦਾ, ਜਾਣੀ ਕਿ ਮੌਲਿਕ ਅਧਿਕਾਰਾਂ ਨੂੰ ਕਿਹਾ ਜਾਂਦਾ। ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ। ਅਗਲਾ ਪ੍ਰਸ਼ਨ, ਸਮਾਨਤਾ ਦਾ ਅਧਿਕਾਰ ਕਿਹੜੇ ਅਨੁਛੇਦ ਦੇ ਅਧੀਨ ਆਉਂਦਾ ਹੈ? ਦੇਖੋ, ਭਾਰਤੀ ਸੰਵਿਧਾਨ ਦੇ ਭਾਗ 3 ਵਿੱਚ ਮੌਲਿਕ ਅਧਿਕਾਰ ਮਿਲਦੇ ਆ, ਤੇ ਭਾਗ 3 ਦੇ ਵਿੱਚ ਕਿੰਨੇ ਆਰਟੀਕਲ ਆ ਜਾਂਦੇ ਆ? ਭਾਗ 3 ਦੇ ਵਿੱਚ ਐਟ ਪ੍ਰੈਜ਼ੈਂਟ 23 ਆਰਟੀਕਲ ਆ ਜਾਂਦੇ ਆ, ਪਹਿਲਾਂ 24 ਸੀ। ਠੀਕ ਹੈ, ਤੇ ਕਿੰਨੇ ਤੋਂ ਕਿੰਨੇ ਤੱਕ ਆ? 12 ਤੋਂ 35 ਤੱਕ ਆ। ਠੀਕ ਹੈ, ਹੁਣ ਉਹਨਾਂ ਨੇ ਪੁੱਛਿਆ ਕਿ ਸਮਾਨਤਾ ਦਾ ਅਧਿਕਾਰ ਕਿਹੜੇ ਅਨੁਛੇਦ ਦੇ ਅਧੀਨ ਆਉਂਦਾ ਹੈ? ਤਾਂ ਇਹ ਆਉਂਦਾ ਜੀ ਅਨੁਛੇਦ 14 ਤੋਂ 18। ਅਨੁਛੇਦ 14 ਤੋਂ 18 ਸਮਾਨਤਾ ਦੇ ਅਧਿਕਾਰ ਨਾਲ ਸੰਬੰਧਿਤ ਆ। 19 ਤੋਂ 22 ਸੁਤੰਤਰਤਾ ਦੇ ਅਧਿਕਾਰ ਨਾਲ ਸੰਬੰਧਿਤ ਆ। 23 ਤੋਂ 24 ਸ਼ੋਸ਼ਣ ਵਿਰੋਧ ਅਧਿਕਾਰ ਨਾਲ ਸੰਬੰਧਿਤ ਆ। 25 ਤੋਂ 28 ਧਾਰਮਿਕ ਸੁਤੰਤਰਤਾ ਦੇ ਨਾਲ ਸੰਬੰਧਿਤ ਆ। 29 ਤੋਂ 30 ਸੱਭਿਆਚਾਰ ਤੇ ਵਿਦਿਅਕ ਅਧਿਕਾਰ ਆ। 31ਵਾਂ ਜਿਹੜਾ ਉਹ ਰਾਈਟ ਟੂ ਸੰਪत्ति ਯਾਨੀ ਕਿ ਰਾਈਟ ਟੂ ਪ੍ਰੋਪਰਟੀ ਦਾ ਸੀ, ਜਿਹਨੂੰ ਰਿਮੂਵ ਕਰ ਦਿੱਤਾ ਗਿਆ। ਤੇ 32 ਤੋਂ 35 ਸੰਵਿਧਾਨਕ ਉਪਚਾਰਾਂ ਦੇ ਨਾਲ ਸੰਬੰਧਿਤ ਆ। ਠੀਕ ਹੈ, ਤੇ ਭਾਰਤੀ ਸੰਵਿਧਾਨ ਦੇ ਵਿੱਚ 6 ਤਰ੍ਹਾਂ ਦੇ ਮੌਲਿਕ ਅਧਿਕਾਰ ਆ ਜਿਹੜੇ ਤੁਸੀਂ ਯਾਦ ਰੱਖਣੇ ਆ। ਅਗਲਾ ਪ੍ਰਸ਼ਨ, ਸੰਵਿਧਾਨ ਦੁਆਰਾ ਮੌਲਿਕ ਅਧਿਕਾਰਾਂ ਨੂੰ ਲਾਗੂ ਕਰਨ ਦੀ ਸ਼ਕਤੀ ਕਿਸ ਨੂੰ ਦਿੱਤੀ ਗਈ ਸੀ? ਹਾਂਜੀ, ਸੰਵਿਧਾਨ ਦੁਆਰਾ ਮੌਲਿਕ ਅਧਿਕਾਰਾਂ ਨੂੰ ਲਾਗੂ ਕਰਨ ਦੀ ਜਿਹੜੀ ਸ਼ਕਤੀ ਆ ਇਹ ਕਿਹਨਾਂ ਨੂੰ ਦਿੱਤੀ ਗਈ ਸੀ? ਇਹ ਦਿੱਤੀ ਗਈ ਸੀ ਜੀ ਸੁਪਰੀਮ ਕੋਰਟ ਅਤੇ ਹਾਈ ਕੋਰਟ ਨੂੰ। ਠੀਕ ਹੈ, ਆਪਸ਼ਨ ਡੀ ਇਜ਼ ਦਾ ਰਾਈਟ ਆਂਸਰ। ਹਾਂਜੀ, ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ,
ਭਾਰਤੀ ਸੰਵਿਧਾਨ ਦੇ ਕਿਹੜੇ ਅਨੁਛੇਦ ਦੇ ਅਧੀਨ ਨਾਗਰਿਕਾਂ ਨੂੰ ਮੌਲਿਕ ਅਧਿਕਾਰ ਪ੍ਰਦਾਨ ਕੀਤੇ ਗਏ ਹਨ? ਹਾਂਜੀ, ਆਰਟੀਕਲ ਕਿੰਨੇ ਤੋਂ ਕਿੰਨੇ ਤੱਕ ਆ ਜਿਹੜੇ ਨਾਗਰਿਕਾਂ ਨੂੰ ਮੌਲਿਕ ਅਧਿਕਾਰ ਪ੍ਰਦਾਨ ਕੀਤੇ ਗਏ ਆ? ਤਾਂ ਇਹ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ। 12 ਤੋਂ 35 ਤੱਕ ਟੋਟਲ 23 ਮੌਲਿਕ ਅਧਿਕਾਰ ਨੇ, 24ਵਾਂ ਰਿਮੂਵ ਕੀਤਾ ਗਿਆ ਹੋਇਆ ਵਿੱਚ ਇੱਕ, ਠੀਕ ਹੈ। ਵੈਸੇ ਪਹਿਲਾਂ 24 ਸੀ ਤੇ ਨਾਗਰਿਕਾਂ ਨੂੰ ਜਿਹੜੇ ਮੌਲਿਕ ਅਧਿਕਾਰ ਉਹ ਪ੍ਰਦਾਨ ਕੀਤੇ ਗਏ 12 ਤੋਂ 35 ਤੱਕ। ਅਨੁਛੇਦ ਦੇ ਵਿੱਚ ਭਾਗ 3 ਦੇ ਵਿੱਚ ਆਰਟੀਕਲ 12 ਤੋਂ 35 ਤੱਕ ਮੌਲਿਕ ਅਧਿਕਾਰਾਂ ਦਾ ਵਰਣਨ ਕੀਤਾ ਹੋਇਆ ਹੈ। ਅਗਲਾ ਪ੍ਰਸ਼ਨ, ਸੰਵਿਧਾਨ ਦੇ ਕਿਹੜੇ ਅਨੁਛੇਦ ਦੁਆਰਾ ਕਾਨੂੰਨ ਦੇ ਸਾਹਮਣੇ ਸਮਾਨਤਾ ਪ੍ਰਦਾਨ ਕੀਤੀ ਗਈ ਹੈ? ਹਾਂਜੀ, ਸੰਵਿਧਾਨ ਦੇ ਆਰਟੀਕਲ 14 ਦੇ ਵਿੱਚ ਕਾਨੂੰਨ ਦੇ ਸਾਹਮਣੇ ਜਿਹੜੀ ਸਮਾਨਤਾ ਵਾ ਉਹ ਪ੍ਰਦਾਨ ਕੀਤੀ ਗਈ ਆ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਲੋਕਤੰਤਰ ਰਾਜ ਦੀ ਬੁਨਿਆਦ ਕਿਹੜਾ ਅਧਿਕਾਰ ਹੈ? ਹਾਂਜੀ, ਲੋਕਤੰਤਰ ਰਾਜ ਦੀ ਬੁਨਿਆਦ ਕਿਹੜਾ ਅਧਿਕਾਰ ਆ ਜਾਂਦਾ? ਸਮਾਨਤਾ ਦਾ ਅਧਿਕਾਰ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਮੌਲਿਕ ਅਧਿਕਾਰ ਕੀ ਹਨ? ਹਾਂਜੀ, ਮੌਲਿਕ ਅਧਿਕਾਰ ਕੀ ਹਨ? ਮੌਲਿਕ ਅਧਿਕਾਰ ਆ ਜੋ ਉਹ ਨਿਆਂਯੋਗ ਆ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ, ਯਾਨੀ ਕਿ ਜਿਹਦੇ ਵਿੱਚ ਕੀ ਆ ਜਾਂਦਾ ਵਾ? ਨਿਆਂ ਮਿਲਦਾ ਵਾ, ਨਿਆਂਯੋਗ ਆ, ਠੀਕ ਹੈ ਜੀ। ਅਗਲਾ ਪ੍ਰਸ਼ਨ, ਭਾਰਤੀ ਸੰਵਿਧਾਨ ਵਿੱਚ ਸੁਤੰਤਰਤਾ ਦਾ ਅਧਿਕਾਰ ਕਿਹੜੇ ਅਨੁਛੇਦ ਵਿੱਚ ਅੰਕਿਤ ਕੀਤਾ ਗਿਆ ਹੈ? ਹਾਂਜੀ, ਭਾਰਤੀ ਸੰਵਿਧਾਨ ਦੇ ਵਿੱਚ ਸੁਤੰਤਰਤਾ ਦਾ ਅਧਿਕਾਰ ਕਿਹੜੇ ਅਨੁਛੇਦ ਦੇ ਵਿੱਚ ਅੰਕਿਤ ਕੀਤਾ ਗਿਆ? ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ। 14 ਤੋਂ 18 ਸਮਾਨਤਾ ਦਾ ਅਧਿਕਾਰ ਆ, ਠੀਕ ਹੈ, ਤੇ 19 ਤੋਂ 22 ਸੁਤੰਤਰਤਾ ਦਾ ਅਧਿਕਾਰ ਆ। ਤਾਂ ਆਪਸ਼ਨ ਇੱਥੇ ਬੀ ਰਾਈਟ ਆਨਸਰ ਹੈ, 19 ਤੋਂ 22। 19 ਤੋਂ 22 ਦੀ ਜੇ ਆਪਾਂ ਗੱਲ ਕਰੀਏ, ਇਹਦੇ ਵਿੱਚ ਕੀ ਕੀ ਆ ਜਾਂਦਾ? ਇਹਦੇ ਵਿੱਚ 6 ਤਰ੍ਹਾਂ ਦੇ ਵਰਣਨ ਆ ਜਾਂਦੇ ਆ। ਬੋਲਣ ਦੀ ਸੁਤੰਤਰਤਾ, ਮੰਗ ਬਣਾਉਣ ਦੀ ਸੁਤੰਤਰਤਾ, ਬਿਨਾਂ ਹਥਿਆਰਾਂ ਤੋਂ ਇਕੱਠੇ ਹੋ ਕੇ ਸੰਮੇਲਨ ਕਰਨ ਦੀ ਸੁਤੰਤਰਤਾ, ਭਾਰਤ ਵਿੱਚ ਕਿਤੇ ਵੀ ਘੁੰਮਣ ਦੀ ਸੁਤੰਤਰਤਾ, ਰਹਿਣ ਦੀ ਸੁਤੰਤਰਤਾ, ਵਪਾਰ ਕਰਨ ਦੀ ਸੁਤੰਤਰਤਾ। ਅਗਲਾ ਪ੍ਰਸ਼ਨ, ਸੰਵਿਧਾਨ ਦੀ ਧਾਰਾ ਅਨੁਸਾਰ ਸਦੀਆਂ ਤੋਂ ਚੱਲੀ ਆ ਰਹੀ ਸਮਾਜਿਕ ਬਿਮਾਰੀ ਨੂੰ ਖਤਮ ਕੀਤਾ ਗਿਆ। ਹਾਂਜੀ, ਕਿਹੜੇ ਅਨੁਛੇਦ ਦੇ ਅਕੋਰਡਿੰਗ ਸਦੀਆਂ ਤੋਂ ਚੱਲੀ ਆ ਰਹੀ ਬਿਮਾਰੀ ਨੂੰ ਖਤਮ ਕੀਤਾ ਗਿਆ ਸੀ? ਸਮਾਜਿਕ ਬਿਮਾਰੀ ਨੂੰ ਅਨੁਛੇਦ 17 ਦੇ ਅਕੋਰਡਿੰਗ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਇਹ ਕੀ ਆ? ਸਮਾਨਤਾ ਦਾ ਅਧਿਕਾਰ ਆ, ਠੀਕ ਹੈ। ਅਗਲਾ ਪ੍ਰਸ਼ਨ, ਛੂਤ ਛਾਤ ਵਿਰੋਧ ਰੋਕ ਕਾਨੂੰਨ ਕਦੋਂ ਬਣਾਇਆ ਗਿਆ ਸੀ? ਹਾਂਜੀ, ਛੂਤ ਛਾਤ ਵਿਰੋਧ ਜਿਹੜਾ ਕਾਨੂੰਨ ਆ ਉਹ ਬਣਾਇਆ ਗਿਆ ਸੀ 1955 ਦੇ ਵਿੱਚ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। 1955 ਦੇ ਵਿੱਚ ਬਣਾਇਆ ਗਿਆ ਸੀ, ਠੀਕ ਹੈ। ਇਸ ਗੱਲ ਦਾ ਤੁਸੀਂ ਧਿਆਨ ਰੱਖਣਾ। 1955 ਦੀ ਜੇ ਆਪਾਂ, ਹਾਂਜੀ, ਇਸ ਤੋਂ ਇਲਾਵਾ ਅਸੀਂ ਗੱਲ ਕਰਦੇ ਹਾਂ ਅਗਲੇ ਪ੍ਰਸ਼ਨ ਦੀ। ਰੋਜ਼ਗਾਰ ਜਾਂ ਪਦਵੀ ਦੀ ਨਿਯੁਕਤੀ ਲਈ ਸਮਾਨਤਾ ਪ੍ਰਦਾਨ ਕੀਤੀ ਜਾਵੇਗੀ। ਰੋਜ਼ਗਾਰ ਜਾਂ ਪਦਵੀ ਦੀ ਨਿਯੁਕਤੀ ਦੇ ਲਈ ਜਿਹੜੀ ਸਮਾਨਤਾ ਵਾ ਉਹ ਅਨੁਛੇਦ 16 ਦੇ ਅਕੋਰਡਿੰਗ ਪ੍ਰਦਾਨ ਕੀਤੀ ਜਾਵੇਗੀ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਅਨੁਛੇਦ 16 4 ਦੇ ਵਿੱਚ SC ਅਤੇ ST ਨੂੰ ਰਿਜ਼ਰਵੇਸ਼ਨ ਦਿੱਤੀ ਗਈ ਆ, ਠੀਕ ਹੈ। ਰੋਜ਼ਗਾਰ ਜਾਂ ਪਦਵੀ ਦੀ ਨਿਯੁਕਤੀ ਦੇ ਲਈ ਜਿਹੜਾ ਸਮਾਨਤਾ ਵਾ ਉਹ ਅਨੁਛੇਦ 16 ਦੇ ਵਿੱਚ ਪ੍ਰਦਾਨ ਕੀਤੀ ਗਈ ਆ। ਅਗਲਾ ਪ੍ਰਸ਼ਨ, ਸੰਵਿਧਾਨ ਦੇ ਅਨੁਛੇਦ 18 ਅਧੀਨ ਕਿਸ ਚੀਜ਼ ਨੂੰ ਖਤਮ ਕਰ ਦਿੱਤਾ ਗਿਆ? ਹਾਂਜੀ, ਅਨੁਛੇਦ 18 ਦੇ ਅਧੀਨ ਉਪਾਧੀਆਂ ਨੂੰ ਖਤਮ ਕੀਤਾ ਗਿਆ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਲੋਕਤੰਤਰ ਦੇ ਪ੍ਰਾਣ ਅਤੇ ਰੂਹ ਕਿਸ ਅਧਿਕਾਰ ਨੂੰ ਕਿਹਾ ਜਾਂਦਾ ਹੈ? ਹਾਂਜੀ, ਲੋਕਤੰਤਰ ਦੇ ਪ੍ਰਾਣ ਅਤੇ ਰੂਹ ਸੁਤੰਤਰਤਾ ਦੇ ਅਧਿਕਾਰ ਨੂੰ ਕਿਹਾ ਜਾਂਦਾ ਹੈ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਪ੍ਰੈਸ ਦੀ ਸੁਤੰਤਰਤਾ ਨਾਲ ਸੰਬੰਧਿਤ ਹੈ? ਵੈਰੀ ਇੰਪੋਰਟੈਂਟ। ਹਾਂਜੀ, ਆਰਟੀਕਲ 19 ਪ੍ਰੈਸ ਦੀ ਸੁਤੰਤਰਤਾ ਨਾਲ ਸੰਬੰਧਿਤ ਆ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਸੁਪਰੀਮ ਕੋਰਟ ਦੁਆਰਾ ਨਾਗਰਿਕਾਂ ਦੇ ਰਾਸ਼ਟਰੀ ਝੰਡਾ ਲਹਿਰਾਉਣ ਦੇ ਅਧਿਕਾਰ ਨੂੰ ਮੌਲਿਕ ਅਧਿਕਾਰ ਕਦੋਂ ਮੰਨਿਆ ਗਿਆ? ਹਾਂਜੀ, ਸੁਪਰੀਮ ਕੋਰਟ ਦੁਆਰਾ ਨਾਗਰਿਕਾਂ ਦੇ ਰਾਸ਼ਟਰੀ ਝੰਡਾ ਲਹਿਰਾਉਣ ਦੇ ਅਧਿਕਾਰ ਨੂੰ ਮੌਲਿਕ ਅਧਿਕਾਰ 23 ਜਨਵਰੀ 2004 ਦੇ ਵਿੱਚ ਮੰਨਿਆ ਗਿਆ ਤੇ ਇਸ ਨੂੰ ਅਨੁਛੇਦ 19 ਦੇ ਵਿੱਚ ਦਾ ਐਡ ਕੀਤਾ ਗਿਆ ਤੇ ਅਨੁਛੇਦ 19 1 ਬਣਾ ਦਿੱਤਾ ਗਿਆ ਜਾਂ A ਬਣਾ ਦਿੱਤਾ ਗਿਆ, ਠੀਕ ਹੈ। ਤਾਂ ਆਪਸ਼ਨ ਨੰਬਰ ਇੱਥੇ ਰਾਈਟ ਆਨਸਰ ਹੈ ਜੀ A। ਅਗਲਾ ਪ੍ਰਸ਼ਨ, ਵਿਅਕਤੀ ਦੇ ਜੀਵਨ ਅਤੇ ਵਿਅਕਤੀਗਤ ਸੁਤੰਤਰਤਾ ਨਾਲ ਕਿਹੜਾ ਅਨੁਛੇਦ ਸੰਬੰਧਿਤ ਹੈ? ਹਾਂਜੀ, ਵਿਅਕਤੀ ਦੇ ਜੀਵਨ ਅਤੇ ਵਿਅਕਤੀਗਤ ਸੁਤੰਤਰਤਾ ਨਾਲ ਸੰਬੰਧਿਤ ਆਰਟੀਕਲ ਆ ਆਰਟੀਕਲ 21
ਤੇ ਜਦੋਂ ਵੀ ਐਮਰਜੈਂਸੀ ਦੀ ਘੋਸ਼ਣਾ ਹੁੰਦੀ ਆ ਸਭ ਤੋਂ ਪਹਿਲਾਂ ਆਰਟੀਕਲ 19 ਰੱਦ ਕੀਤਾ ਜਾਂਦਾ, ਪਰ ਜਦੋਂ ਵੀ ਐਮਰਜੈਂਸੀ ਦੀ ਘੋਸ਼ਣਾ ਹੁੰਦੀ ਆ ਆਰਟੀਕਲ 20 ਤੇ 21 ਕਦੇ ਵੀ ਖਤਮ ਨਹੀਂ ਹੁੰਦੇਗੇ। ਠੀਕ ਹੈ। ਅਗਲਾ ਪ੍ਰਸ਼ਨ, ਭਾਰਤ ਦੇ ਉਪ ਰਾਸ਼ਟਰਪਤੀ ਦਾ ਕਾਰਜਕਾਲ ਕਿੰਨਾ ਹੁੰਦਾ ਹੈ? ਹਾਂਜੀ, ਉਪ ਰਾਸ਼ਟਰਪਤੀ ਕਿੰਨੇ ਸਮੇਂ ਲਈ ਆਪਣੇ ਅਹੁਦੇ ਤੇ ਰਹਿ ਸਕਦਾ? ਤਾਂ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਬੀ, 5 ਸਾਲ ਲਈ। ਅਗਲਾ ਪ੍ਰਸ਼ਨ ਆ, ਹੁਣ ਸਾਡਾ ਮੈਥ ਦਾ ਪੋਰਸ਼ਨ ਸ਼ੁਰੂ ਹੋ ਚੁੱਕਿਆ ਹੈ। ਹਾਂਜੀ, ਅੱਗੇ ਸਾਡਾ ਮੈਥ ਦਾ ਜੋ ਪੋਰਸ਼ਨ ਹੈ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ A ਇੱਕ ਕੰਮ ਨੂੰ 30 ਦਿਨਾਂ ਵਿੱਚ, B ਉਸੇ ਕੰਮ ਨੂੰ 45 ਦਿਨ ਵਿੱਚ ਕਰ ਸਕਦਾ ਹੈ। ਠੀਕ ਹੈ। ਜੇ ਉਹ ਮਿਲ ਕੇ ਇਸ ਕੰਮ ਨੂੰ ਕਰਨ ਤਾਂ ਕਿੰਨੇ ਦਿਨਾਂ ਵਿੱਚ ਕੰਮ ਪੂਰਾ ਹੋ ਜਾਵੇਗਾ? ਦੇਖੋ, ਜਦੋਂ ਅਲੱਗ-ਅਲੱਗ ਕਰਦੇ ਆ ਤਾਂ ਇੱਕ ਕੰਮ ਨੂੰ 30 ਦਿਨਾਂ 'ਚ ਕਰਦਾ, B ਉਸੇ ਕੰਮ ਨੂੰ 45 ਦਿਨਾਂ 'ਚ ਕਰਦਾ, ਪਰ ਜਦੋਂ ਅਸੀਂ ਇਕੱਠੇ ਹੋ ਜਾਂਦੇ ਹਾਂ, ਟੀਮ ਵਰਕ ਕਰਦੇ ਹਾਂ ਤਾਂ ਉਹ ਜਲਦੀ ਖਤਮ ਹੋ ਜਾਂਦਾ। ਤਾਂ ਇਹ ਦੋਵੇਂ ਜਦੋਂ ਇਕੱਠੇ ਹੋਣਗੇ ਤਾਂ ਇਹਨਾਂ ਆਪਸ਼ਨਾਂ ਦੇ ਵਿੱਚੋਂ ਕਿੰਨੇ ਦਿਨਾਂ ਦੇ ਵਿੱਚ ਆਪਣਾ ਕੰਮ ਖਤਮ ਕਰਨਗੇ? ਤਾਂ ਇਹਨਾਂ ਨੂੰ ਅਸੀਂ ਕਰਦੇ ਹਾਂ ਟ੍ਰੈਡੀਸ਼ਨਲ ਮੈਥਡ ਦੇ ਨਾਲ। ਤੁਸੀਂ ਵੀ ਮੇਰੇ ਨਾਲ ਸੋਲਵ ਕਰੋ ਤੇ ਆਪਸ਼ਨ ਆਪ ਤੁਸੀਂ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਆਨਸਰ ਕਮੈਂਟ ਬਾਕਸ ਦੇ ਵਿੱਚ ਦੱਸੋ। ਤਾਂ ਸਭ ਤੋਂ ਪਹਿਲਾਂ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੋਇਆ ਹੈ, ਟਾਈਮ ਐਂਡ ਵਰਕ ਇੱਕ ਦੂਜੇ ਦੇ ਓਪੋਜ਼ਿਟ ਹੁੰਦੇ ਆ। ਇਹ ਇੱਕ ਕੰਮ ਨੂੰ 30 ਦਿਨਾਂ ਵਿੱਚ ਕਰਦਾ ਤਾਂ A ਦਾ 1 ਦਿਨ ਦਾ ਕੰਮ ਹੋ ਗਿਆ 1/30। ਠੀਕ ਹੈ। B ਇੱਕ ਕੰਮ ਨੂੰ 45 ਦਿਨਾਂ ਵਿੱਚ ਕਰਦਾ ਤਾਂ B ਦਾ 1 ਦਿਨ ਦਾ ਕੰਮ ਹੋ ਗਿਆ 1/45। ਇਹਨਾਂ ਨੂੰ ਤੁਸੀਂ ਕਰਨਾ ਹੈ ਐਡ, ਕਿਉਂਕਿ ਅਸੀਂ ਮਿਲ ਕੇ ਇਕੱਠੇ ਹੋ ਕੇ ਜਦੋਂ ਇਕੱਠੇ ਹੋਵਾਂਗੇ ਜੁੜਾਂਗੇ ਹੀ ਤਾਂ ਜੋੜ ਕਰਾਂਗੇ। ਠੀਕ ਹੈ। ਤਾਂ ਜੋੜ ਕਰਨ ਦੇ ਲਈ 30 ਤੇ 45 ਦੋਵੇਂ ਸੇਮ ਨੰਬਰ ਨਹੀਂਗੇ, ਵਟਿਆਂ 'ਚ ਪਏ ਆ ਨਾ, ਵਟਿਆਂ 'ਚ ਅਸੀਂ ਫੇਰ ਹੀ ਜੋੜ ਕਰ ਸਕਦੇ ਹਾਂ ਜੇ ਹੇਠਾਂ ਵਾਲੇ ਨੰਬਰ ਸੇਮ ਹੋਣ। ਤਾਂ ਇਹ ਸੇਮ ਕਰਨ ਦੇ ਲਈ ਤੁਸੀਂ ਵੱਡਾ ਨੰਬਰ ਦੇਖੋ ਕਿਹੜਾ, 45 ਆ, ਤਾਂ 45 ਦਾ ਪਹਾੜਾ ਪੜੋ, 45 ਏਕਮ 45, 45 ਦੂਣਾ 90। 30 ਦੇ ਪਹਾੜੇ 'ਚ 45 ਨਹੀਂ ਆਉਂਦਾ, ਪਰ 30 ਦੇ ਪਹਾੜੇ 'ਚ 90 ਤਾਂ ਆਉਂਦਾ ਨਾ। ਤੁਸੀਂ ਵੱਡੇ ਨੰਬਰ ਦੇ ਵਿੱਚ ਪਹਾੜੇ ਵਿੱਚੋਂ ਉਹ ਨੰਬਰ ਲੈਣਾ ਜਿਹੜਾ 30 ਦੇ ਵਿੱਚ ਵੀ ਆਉਂਦਾ ਹੋਵੇ, ਤਾਂ ਉਹ ਆਉਂਦਾ ਵਾ ਜੀ 90। ਹੁਣ ਮੈਂ ਇੱਥੇ 90 ਬਣਾਉਣਾ ਵਾ, ਇੱਥੇ 90 ਬਣਾਉਣ ਲਈ ਮੈਂ 3 ਨਾਲ ਗੁਣਾ ਕਰੂੰਗੀ ਨਾ। ਜੇ 3 ਨਾਲ ਇਹਦੇ ਨਾਲ ਕਰੂੰਗੀ 3 ਨਾਲ ਉੱਪਰ ਵੀ ਕਰੂੰਗੀ, ਕਿਉਂਕਿ 3 ਨਾਲ 3 ਕੈਂਸਲ ਰਹਿ ਤਾਂ ਉਹੀ ਜਾਣਾ 30। ਤਾਂ ਇੱਥੇ ਮੈਂ ਲਿਖਤਾ 3, ਕਿਉਂਕਿ 3 1 30 30 ਆ। ਠੀਕ ਹੈ। ਸੇਮ ਇਸੇ ਤਰ੍ਹਾਂ ਇੱਥੇ 90 ਬਣਾਉਣ ਲਈ 2 ਨਾਲ ਗੁਣਾ ਕਰੂੰਗੀ, ਉੱਪਰ ਵੀ ਤੇ ਹੇਠਾਂ ਵੀ। ਤਾਂ ਇੱਥੇ 90 ਬਣਾਉਣ ਲਈ ਜਦੋਂ ਮੈਂ ਕੀਤੀ 2 ਨਾਲ ਗੁਣਾ, ਇਹ ਬਣ ਗਿਆ ਜੀ। ਹੁਣ ਆਪਾਂ ਆਸਾਨੀ ਦੇ ਨਾਲ ਜੋੜ ਸਕਦੇ ਹਾਂ ਨਾ, ਡਿਨੋਮੀਨੇਟਰ ਸੇਮ ਹੋ ਗਿਆ, ਇੱਥੇ ਵੀ 90 ਆ ਤੇ ਇੱਥੇ ਵੀ 90 ਆ, ਤਾਂ ਇਹ ਹੋ ਗਿਆ 5/90। 5/90 ਜਦੋਂ ਅਸੀਂ ਕੀਤਾ ਤਾਂ 5/90 ਤੁਸੀਂ ਦੇਖੋ, ਤੁਸੀਂ ਦੇਖ ਸਕਦੇ ਹੋ 5 ਦੇ ਪਹਾੜੇ ਦੇ ਵਿੱਚ ਜੇ ਆਪਾਂ 5 ਤੇ 90 ਕੱਟੀਏ ਤਾਂ 18 5 90 ਹੁੰਦਾ ਵਾ। ਠੀਕ ਹੈ। 18 5 90 ਹੁੰਦਾ ਤਾਂ 1/18 ਇੱਥੇ ਬਣ ਗਿਆ ਇਹਨਾਂ ਦਾ 1 ਦਿਨ ਦਾ ਕੰਮ। A ਤੇ B ਨੇ ਜਦੋਂ ਮਿਲ ਕੇ ਕੰਮ ਕੀਤਾ ਤਾਂ 1 ਦਿਨ ਦਾ ਕੰਮ ਬਣ ਗਿਆ ਜੀ 1/18। ਪਰ ਅਸੀਂ ਕੀ ਕਰਨਾ ਕਿ ਕਿੰਨੇ ਦਿਨਾਂ ਵਿੱਚ ਕੰਮ ਕੀਤਾ? ਤਾਂ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ, ਇੱਥੇ ਅਸੀਂ ਓਪੋਜ਼ਿਟ ਲੈ ਲਈ ਸੀ ਬਟਿਆਂ 'ਚ, ਤਾਂ ਇਹਦਾ ਜਦੋਂ ਬਟਾ ਖਤਮ ਕਰੋਗੇ ਤਾਂ 18 ਹੀ ਰਹਿ ਜਾਣਾ। ਮਤਲਬ ਦੋਵੇਂ ਮਿਲ ਕੇ 18 ਦਿਨਾਂ ਦੇ ਵਿੱਚ ਕੰਮ ਕਰਨਗੇ। ਆਪਸ਼ਨ ਸੀ ਇਸ ਦਾ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ। ਹਾਂਜੀ, ਅਗਲਾ ਪ੍ਰਸ਼ਨ ਤੁਸੀਂ ਦੇਖ ਸਕਦੇ ਹੋ, ਰਾਮ, ਰਮੇਸ਼, ਸੁਰੇਸ਼ ਅਤੇ ਸ਼ਿਆਮ ਦੀ ਉਮਰ ਦਾ ਅਨੁਪਾਤ 2 7 8 12 ਦਿੱਤਾ ਹੋਇਆ। ਜਦੋਂ ਵੀ ਤੁਹਾਨੂੰ ਰੇਸ਼ੋ ਆ ਜੇ ਨਾ, ਜੋ ਪਹਿਲੇ ਨੰਬਰ ਤੇ ਦਿੱਤਾ ਇਹਦਾ ਮਤਲਬ ਉਹਦੇ ਕੋਰਸਪੋਂਡਿੰਗ ਉਹੀ ਨੰਬਰ ਲੈਣਾ। ਤਾਂ ਇੱਥੇ ਮੰਨ ਲਓ ਕਿ ਰਾਮ ਦੀ ਜਿਹੜੀ ਉਮਰ ਆ ਉਹ ਹੈਗੀ ਆ 2x, ਰਮੇਸ਼ ਦੀ ਉਮਰ 7x ਆ ਕਿਉਂਕਿ ਰਮੇਸ਼ ਦੂਜੇ ਨੰਬਰ ਤੇ ਪਿਆ, ਦੂਜਾ ਨੰਬਰ ਲੈ ਲਓ। ਸੁਰੇਸ਼ ਦੀ ਉਮਰ 8x ਆ। ਠੀਕ ਹੈ। ਤੇ ਸ਼ਿਆਮ ਦੀ ਉਮਰ 12x ਆ। ਹੁਣ ਉਹਨੇ ਬੋਲਿਆ 2 ਸਾਲ ਪਹਿਲਾਂ ਰਾਮ ਅਤੇ ਰਮੇਸ਼ ਦੀ ਉਮਰਾਂ ਦਾ ਜੋੜ। 2 ਸਾਲ ਪਹਿਲਾਂ, ਹੁਣ 2 ਸਾਲ ਪਹਿਲਾਂ ਦੀ ਗੱਲ ਹੋ ਗਈ। ਜਦੋਂ ਅਸੀਂ ਪਹਿਲਾਂ ਦੀ ਗੱਲ ਕਰਦੇ ਆ ਤਾਂ ਸਾਡੀ ਉਮਰ ਮੰਨ ਕੇ ਚਲੋ ਅੱਜ 21 ਸਾਲ ਆ, ਤਾਂ 2 ਸਾਲ ਪਹਿਲਾਂ ਕਿੰਨੀ ਸੀ? ਤਾਂ 2 ਸਾਲ ਪਹਿਲਾਂ ਤੁਸੀਂ ਘਟਾ ਕੇ ਦੇਖੋਗੇ ਨਾ ਕਿੰਨੀ ਸੀਗੀ। 2 ਸਾਲ ਪਹਿਲਾਂ 19 ਸਾਲ ਹੋਊਗੀ। ਤਾਂ ਇੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ 2 ਸਾਲ ਪਹਿਲਾਂ ਰਾਮ ਦੀ ਉਮਰ ਸੀ 2x - 2। ਠੀਕ ਹੈ। ਇਹ ਹੈ ਰਾਮ ਦੀ ਉਮਰ। ਤੇ ਸ਼ਾਮ ਦੀ ਉਮਰ, ਰਮੇਸ਼ ਦੀ ਉਮਰ ਸੀਗੀ, ਕਿਉਂਕਿ ਰਮੇਸ਼ ਦੀ ਉਮਰ ਹੀ ਦੱਸਿਆ ਨਾ ਰਾਮ ਤੇ ਰਮੇਸ਼ ਦੀ, ਤਾਂ ਰਮੇਸ਼ ਦੀ ਉਮਰ ਕਿੰਨੀ ਸੀ? 7x - 2। 2 ਸਾਲ ਪਹਿਲਾਂ ਦੀ ਗੱਲ ਹੋਈ ਨਾ, ਇਸ ਕਰਕੇ ਮੈਂ -2 ਕਰਤਾ। ਤੇ ਉਹਨੇ ਦੱਸਿਆ ਕਿ ਦੋਨਾਂ ਦੀ ਉਮਰ ਦਾ ਜੋੜ 50 ਬਣਦਾ, ਇਸ ਕਰਕੇ ਮੈਂ ਜੋੜ 50 ਲੈ ਲਿਆ। ਹੁਣ 7x ਤੇ 2x ਦਾ ਜੋੜ ਕੀਤਾ, ਇਹ ਬਣ ਗਿਆ 9x। ਠੀਕ ਹੈ। ਮਾਈਨਸ ਦੇ 2 ਮਾਈਨਸ ਮਾਈਨਸ ਪਲੱਸ ਹੁੰਦਾ ਤੇ ਇਹ ਬਣ ਗਿਆ -4 ਬਰਾਬਰ ਆ ਗਿਆ ਜੀ ਇਹ ਬਰਾਬਰ ਕਿਹਦੇ ਆ ਗਿਆ? 50 ਦੇ।
ठीक है। हुण देखो ये विचों x जो मैं ये 4 जिहड़ा इधर की हो रहा वा माइनस हो रहा है 4, ठीक है। तो दूजे पासे जाके की होगा, दूजे पासे जाके प्लस होगा। जो ये 4 इधर माइनस हो रहा तो दूजे पासे जाके इन्हें की हो जाना प्लस, इत्थे बन गया 54, ठीक है जी, क्योंकि 50 + 4 की हो गया 54 ही हो जाना। तो हुण इत्थों तुसीं इहनूं आप अंदाजा लगा सकते हो। तो 9x बराबर है 54, 9 इधर की हो रहा मल्टीप्लाई, उधर जाके की होगा डिवाइड ही होगा ना 9। तो 9 एकम 9, 6 नाम 54, ठीक है। x कितना आ गया मेरे को 6 आ जाना, x कितना आ जाना ये तो 6 आ जाना वा। जो मैं राम की उम्र पता करनी आ तो इत्थे मैं 2 गुणा x भर दूंगी जानी कि 6। तो ये कितना बन गया, जो मैं 2 गुणा x भरिया तो ये मेरे को बनया जी 2 गुणा x भरन तो बाद तुसीं आप देख सकते हो 2 गुणा x करूँगी जानी कि 2 गुणा 6 करूँगी, 6 दूनी हुंदे आ 12, ठीक है। तो उस तो बाद तुसीं देखो ਇਹਦੀ ਤਾਂ ਆ ਗਈ 6 ਸਾਲ। ਅਸੀਂ ਤਾਂ ਰਮੇਸ਼ ਦੀ ਪਤਾ ਕਰਨੀ ਆ ਨਾ, ਰਮੇਸ਼ ਉਹ ਸਾਨੂੰ 2:7 ਵੀ ਲਿਖ ਕੇ ਦੇ ਸਕਦਾ ਸੀਗਾ, ਪਰ ਅਸੀਂ ਕਿਉਂ ਉਹਨੇ ਬਸ ਸਾਨੂੰ ਪਜ਼ਲ ਕਰਨ ਦੇ ਲਈ ਇੰਨਾ ਵੱਡਾ ਸਮ ਬਣਾਇਆ ਵਾ। ਤੇ ਅਸੀਂ ਰਮੇਸ਼ ਦੀ ਉਮਰ ਪਤਾ ਕਰਨੀ ਆ, ਜਿਹੜੀ x ਆ ਉਹ ਮੇਰੇ ਕੋਲੇ ਕਿੰਨੀ ਆਈ ਹੈ 6 ਆਈ ਆ, 7 42 ਹੁੰਦਾ, ਠੀਕ ਹੈ। ਜਾਨੀ ਕਿ ਇਹਦੇ ਵਿੱਚ ਜਿਹੜੀ ਰਮੇਸ਼ ਦੀ ਵਰਤਮਾਨ ਸਮੇਂ ਦੀ ਉਮਰ ਆ ਉਹ ਹੈਗੀ ਆ 42 ਸਾਲ। ਆਪਸ਼ਨ A ਇਸ ਦਾ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ ਆ, एक निवेश ਕੀਤੀ 4% ਸਾਲਾਨਾ ਸਧਾਰਨ ਵਿਆਜ ਤੇ 3 ਸਾਲਾਂ ਬਾਅਦ ਵਿਆਜ ਦੇ ਰੂਪ ਵਿੱਚ 1920 ਰੁਪਏ ਕਮਾਉਂਦੀ ਹੈ। ਹਾਂਜੀ, ਕੋਈ ਰਕਮ ਜਿਹਦੇ ਤੇ ਵਿਆਜ 1920 ਰੁਪਏ ਬਣ ਜਾਂਦਾ ਵਾ, ਠੀਕ ਹੈ। ਹੁਣ ਵਿਆਜ ਦਾ ਫਾਰਮੂਲਾ ਮੈਂ ਤੁਹਾਨੂੰ ਲਿਖਾਇਆ ਹੋਇਆ, ਵਿਆਜ ਨੂੰ ਅਸੀਂ ਇੰਟਰਸਟ ਬੋਲਦੇ ਆ ਨਾ, ਪ੍ਰਿੰਸੀਪਲ ਜਾਨੀ ਕਿ ਮੂਲਧਨ ਗੁਣਾ ਦਰ ਹਮੇਸ਼ਾ ਪ੍ਰਤੀਸ਼ਤ ਚ ਹੁੰਦੀ ਆ, ਗੁਣਾ ਟਾਈਮ ਬਟਾ 100, ठीक है। हुण इत्थे इंटरस्ट कितना लग्या वा, ब्याज उहनूं मिलिया वा 1920, किसी रकम ते मिलिया, रकम नहीं पता उहनूं उदां ही रख लो। इंटरस्ट रेट तो पता ना, रेट हमेशा ही परसेंटेज दे विच हुंदा, टाइम भी पता 3 सालां दा वा ते बटा भी 100 पता। निवेश कीती रकम लभणी आ, जानी कि जिहड़ी रकम मूल उहने उधार लई सी ਉਹ ਅਸੀਂ ਲੱਭਣੀ ਆ कि किन्नी रकम ते 1920 रुपए ब्याज बनिया। हुण देखो 1 चौका 25 चौका 100, ये 25 इधर डिवाइड हो रहा तो इस साइड आके की होगा गुणा होगा, ठीक है जी, गुणा ही होगा ना। तो ये 3p दे नाल गुणा हो रहा वा तो इधर जाके की होगा भाग होगा। जो मैं 3 ते कटूंगी तो ये बन गया 6 तीए 18, 4 तीए 12 नाल 0, ठीक है। जानी कि 640 गुणा 25 सॉरी 640 गुणा 25। जो तुसी 640 नूं 25 नाल गुणा करोगे 5 चौका 20, ठीक है, ये तुहाडे कोल बन जाना जी 16,000। ऑप्शन सी इत्थे राइट आंसर है कि वो रकम 16,000 सी जिहदे ते ब्याज 1920 रुपए बनिया। क्लीयर। अगला प्रश्न है जी, हेठां दिते रेखा ग्राफ विच एक हस्पताल दे विच साल 2008 तो लैके 2014 विच ठीक होए मरीजां दी गिनती दसी गई है। इस ग्राफ दे विच रेखा ग्राफ दा तुसीं अध्ययन करना ते दिते गए प्रश्नां दा उत्तर देना, जो प्रश्न पूछे गए आ। देखो प्रश्न की पूछया कि 2013 तो 14 तक ठीक होए मरीजां दी प्रतिशतता विच किन्ने प्रतिशत वाधा होया। तां जदों आपां इहनूं देखदे हां ਅਸੀਂ ਕਿਹਦੇ ਕੋਰਸਪੋਂਡਿੰਗ ਦੱਸਣਾ ਵਾ 2013 ਤੋਂ 2014 ਦੇ ਵਿਚਕਾਰ ਵੀ ਕਿੰਨਾ ਵਾਧਾ ਹੋਇਆ ਵਾ, ਠੀਕ ਹੈ। ਤਾਂ ਤੁਸੀਂ ਦੇਖੋ ਇਹ 2013 ਦਾ ਗ੍ਰਾਫ ਆ ਜਿਹਦੇ ਅਕੋਰਡਿੰਗ ਜਿਹੜੀ ਸੰਖਿਆ ਵਾ ਕਿੰਨੀ ਦਿੱਤੀ ਹੋਈ ਆ 50 ਦਿੱਤੀ ਹੋਈ ਆ। ਜਦੋਂ ਇਹ ਫਿਰ ਵਧਣਾ ਸ਼ੁਰੂ ਹੋ ਗਿਆ ਤਾਂ ਇਹ ਕਿੰਨਾ ਵੱਧ ਗਿਆ 70 ਵੱਧ ਗਿਆ। ਉੱਪਰ ਰੱਖਣਾ ਇਹਨਾਂ ਦਾ ਡਿਫਰੈਂਸ, ठीक है। जो असी प्रतिशतता पता करनी है क्योंकि असी प्रतिशत पता करनी है कि कितना वाधा होया, वाधा तो 20 का हो गया पर वाधा प्रतिशत पता करना, उपर रखोगे जिन्ना वाधा होया 20% वाधा होया ते किहड़े साल दे कोरसपोंडिंग देख रहे हो 2013 दे कोरसपोंडिंग देख रहे हैं, ਉਹਨੂੰ ਰੱਖਾਂਗੇ ਹੇਠਾਂ ਗੁਣਾ ਕਰ ਦਵਾਂਗੇ 100 ਨਾਲ 50, क्योंकि प्रतिशत ਕੱਢਣ ਦੇ ਲਈ ਅਸੀਂ ਗੁਣਾ ਕੀ ਕਰਦੇ ਆ 100 ਨਾਲ। 50 एकम 50, 50 दूना 100 ਤੇ 20 ਗੁਣਾ 2 ਕਿੰਨਾ ਹੁੰਦਾ 40, मतलब 40% ਦਾ ਵਾਧਾ ਹੋਇਆ ਵਾ 2013 ਤੋਂ 2014 ਤੱਕ ਗ੍ਰਾਫ ਦੇ ਅਕੋਰਡਿੰਗ। ਤਾਂ ਆਪਸ਼ਨ ਇੱਥੇ ਸੀ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ,
4 ਦੇ ਪਹਿਲੇ 7 ਗੁਣਜਾਂ ਦੀ ਔਸਤ ਪਤਾ ਕਰਨੀ। ਹਾਂਜੀ, ਵੈਰੀ ਇੰਪੋਰਟੈਂਟ ਕਾਂਸਟੇਬਲ ਦੇ ਐਗਜ਼ਾਮ ਦੇ ਵਿੱਚ ਇਹ ਸਾਰਾ ਹੀ ਮੈਥ ਤੁਸੀਂ ਦੇਖ ਸਕਦੇ ਹੋ ਐਜ਼ ਇਟ ਇਜ਼ ਆਇਆ ਹੋਇਆ। 4 ਦੇ ਪਹਿਲੇ 7 ਗੁਣਜ ਕਿਹੜੇ ਹੁੰਦੇ ਆ? 4 ਦੇ ਪਹਿਲੇ 7 ਗੁਣਜ ਦਾ ਹੋਣ ਦਾ ਮਤਲਬ ਕੀ ਆ ਕਿ 4 ਦੇ ਮਲਟੀਪਲ। 4 ਦੇ ਮਲਟੀਪਲ ਕਿਹੜੇ ਹੋਣਗੇ? ਜਿਨ੍ਹਾਂ ਨੂੰ 4 ਪੂਰੀ ਤਰ੍ਹਾਂ ਵੰਡੂਗਾ। 4 ਹੋਊਗਾ, 8 ਹੋਊਗਾ, ਹੋਰ 12 ਹੋਊਗਾ, ठीक है। फिर 16 यानी कि 4 का पहाड़ा ही लिखना तुसी 7 तक। 1 चौका चौका, 2 चौके 8, 3 चौके 12, 4 चौके 16, 5 चौका 20, 6 चौका 24, 7 चौका 28, 7 तक हो गया ना पहाड़ा। तो हुण औसत पता करनी है। औसत का फॉर्मूला हुंदा वा संख्यावां दा जोड़। मतलब इन्हां सारियां संख्यावां दा तुसी कर देना जोड़। जदों तुसी इन्हां दा जोड़ करोगे, ठीक है, उस तो बाद औसत का फॉर्मूला हुंदा संख्यावां दा जोड़ बटा संख्यावां दी गिनती। संख्यावां दी गिनती है जी 7, ठीक है। हुण जदों असीं इन्हां दा जोड़ करांगे, तुसीं आप देखो, जदों आपां इन्हां दा जोड़ करांगे, सब तो पहला इकाई अंक दा जोड़ कर लिया करो। वैसे तो मैं तुहानूं सम ऑफ नैचुरल नंबर करवाया होया कि 4 नूं कॉमन कढ लो, कंसैप्ट लगा लो, पर यह कोई इन्ना औखा नहीं गा, मिनटां च हो जाना जोड़। 8 4 12, 12 ते 6 किन्ने हुंदे आ? 18, 18 ते 2 20, ठीक है। इकाई अंक जोड़ रहे हैं। 20 ते 8 28, 28 ते 4 किन्ने होणगे? 32, 2 रख लिया असीं इधर, 7 ते 3 गए हासिल, ठीक है। 7 तो बटे च पिया उही लिया वा। जो 3 हासिल गए, हुण सैकेंड डिजिट जोड़ो। 3 ते 1 4, 5, ठीक है, 6 7 8 9 10 11, तो ये बन गया जी 112। 7 ते जो मैं इनू डिवाइड करूँगी, 1 7 7 आ, 7 6 42 आ जाना वा, ठीक है। 16 आंसर आ गया। मतलब इन्हां दी औसत होगी जी 16। ऑप्शन सी इज द राइट आंसर। अगला प्रश्न, जेकर एक्स वेरी इंपॉर्टेंट ते बहुत ही वधिया कंसैप्ट वाला सवाल आ, जिहड़ा कि पिछले साल कांस्टेबल च आया वा। हाँ जी, जेकर एक्स बराबर है 0.0, हाँ जी, x इज इक्वल्स टू 0.0458 एंड y इज इक्वल्स टू 0.00542, तो एक्स स्केयर प्लस वाई स्केयर प्लस 2xy का मुल पता करो। तुसी बहुत अच्छी तरह जानते हो, इस दे विच कुछ भी टफ नहीं कि इसका एक रिजल्ट हुंदा सी, फॉर्मूला हुंदा सी x प्लस वाई दे होल स्केयर का, ठीक है। एक्स असीं वो रिजल्ट इत्थे यूज करना। एग्जामिनर ने बहुत घुमा फिरा के पाया होया, तुहानूं है विच इहदे कुछ भी नहीं गा। ये रिजल्ट इत्थे यूज हो गया, तो मान लो तुहाडा सवाल हो गया। एक्स प्लस वाई नूं असीं ऐड करना, तो एक्स भी पता वाई भी पता, इन्हां नूं कर दिंने आ जी इत्थे असीं ऐड, ठीक है। जदों तुसीं ऐड करोगे तो सब तो पहलां देखो लास्ट डिजिट तो शुरू करते हैं, क्योंकि 0 तो बाद जिहड़े तुहाडे पॉइंट तो बाद अखर दिते हुए सेम ही आ, 5 इधर आ 5 ही उधर आ, ठीक है। जदों असीं इन्हां नूं ऐड करांगे तो ये तुहाडे कोले बनूगा 0.01000, ठीक है। आफ्टर पॉइंट तो 0 का कोई मतलब नहीं हुंदा। मेन रिजल्ट तुहाडे कोले आ गया 0.01। हुण पावर 2 आ, पावर 2 होने का मतलब नंबर 2 बार गुणा हो रहा। जदों असीं इहनूं गुणा करांगे, डिजिट एक नूं एक नाल गुणा कीती, एक ही आ गया, पर तुसीं देखो दो डिजिट ये आ, पॉइंट तो बाद 2 आ, टोटल डिजिट किन्ने हो गए? 4। तो असीं 4 डिजिट छड्ड के पॉइंट लगाता, मतलब ये तुहाडे कोल बन गया 0.0001। ऑप्शन डी इज द राइट आंसर है। अगला प्रश्न, ए अते बी इकट्ठियां कोल 2310 रुपए हैं। जेकर ए दी राशि का 4/15 बी दी राशि दे 2/5 दे बराबर है, तो बी कोल कितनी राशि है? हाँ जी, ए दी राशि का 4/15, ए दा 4/15 ना, तो 4/15 गुणा ए ही लिखांगे ना, बराबर, ठीक है। इधर 2/5 बी दे, बी दी राशि का बना 2/5, तो इस तरह बन गया तुहाडे कोले। जदों ये बन गया, बहुत ही इंपॉर्टेंट है ये, सेम तुसीं ये मैथड लगा सकते हो, तुहानूं कोई भी सम आ सकता है, क्योंकि ये सम बहुत इंपॉर्टेंट है। ये तो मैं ए रेशो भी कर लूँगी, क्योंकि बी इधर डिवाइड गुणा हो रहा, दूसरी साइड आके डिवाइड हो जाऊगा। सेम इस तरह 2/5 एज इट इज़ रह जाऊगा इधर, पर इधर जो ए नाल पिया वा वो दूसरे पासे जाके की हो जाना वा? डिवाइड, ठीक है। जदों ये 15 इधर डिवाइड हो रहा, तो इधर आके की हो जाऊगा? गुणा, ठीक है। 4 की आ गुणा हो रहा, तो दूजे पासे जाके हो गया भाग। 1 5 5 3 5 10, 1 दूनी दूनी 2 दूनी 10, तो ये तुहाडे कोले बन गया 3/2। तो जिहड़ी ए रेशो बी आ जी साडे कोले, वो बन गई 3/2। जदों भी तुसीं शेयरिंग पता करनी होवे ना कि किहनूं किन्ने हिस्से मिलणगे, तां तुसीं की करना, हेठां इन्हां दी रेशो दा जोड़
ਉੱਪਰ ਜਿਹਦੀ ਰੇਸ਼ੋ ਤੁਸੀਂ ਜਿਹਦੇ ਪੈਸੇ ਕੱਢਣੇ ਆ, ਇੱਥੇ V ਦੇ ਕੱਢਣੇ ਆ ਨਾ, ਜੇ V ਦੇ ਕੱਢਣੇ ਆ ਤਾਂ B ਦੇ ਉੱਪਰ ਰੱਖ ਲਓ, ਜੇ A ਦੇ ਕੱਢਣੇ ਆ ਤਾਂ A ਦੇ। ਹੁਣ B ਦੇ ਕੋਰਸਪੋਂਡਿੰਗ 2 ਆ ਤਾਂ ਉੱਪਰ 2 ਰੱਖ ਲਓ, ਠੀਕ ਹੈ। ਗੁਣਾ ਕਰ ਦੋਗੇ 2310 ਨਾਲ ਜਿੰਨੇ ਪੈਸੇ ਤੁਹਾਨੂੰ ਪਤਾ ਵਾ। ਹੁਣ ਜਦੋਂ ਤੁਸੀਂ ਇਹਦਾ ਪਲੱਸ ਕਰੋਗੇ ਹੇਠਾਂ ਵਾਲੇ ਨੰਬਰ ਦਾ ਤਾਂ ਇਹ ਬਣ ਗਿਆ 5 ਬਣ ਗਿਆ ਨਾ ਤੁਹਾਡੇ ਕੋਲੇ। ਜਦੋਂ 5 ਬਣ ਗਿਆ ਅਸੀਂ 5 ਨੂੰ ਕੱਟਾਂਗੇ 5 ਦੇ ਪਹਾੜੇ ਤੇ 2310 ਨੂੰ, ਤਾਂ ਇਹ ਕਿੰਨੇ ਤੇ ਜਾਊਗਾ? ਇਹ ਜਾਊਗਾ ਜੀ ਪਹਿਲਾਂ 4 5 20 ਤੇ, ਠੀਕ ਹੈ। ਜਦੋਂ ਇਹ 4 5 20 ਤੇ ਗਿਆ ਮਗਰ 3 ਹਾਸਲ ਰਹਿ ਜਾਣੇ, 6 5 30 ਤੇ 2 5 10, ਜਾਣੀ ਕਿ ਇਹ ਬਣ ਗਿਆ ਤੁਹਾਡੇ ਕੋਲੇ 462। 4 5 20 ਫਿਰ ਤੁਹਾਡੇ ਕੋਲੇ 31 ਬਣ ਜਾਣੇ ਆ, 31 ਚੋਂ 6 5 30 ਫਿਰ 10 ਰਹਿ ਜਾਣੇ ਆ, 2 5 10 ਹੁੰਦੇ ਆ। ਤੇ ਹੁਣ ਜਦੋਂ ਤੁਸੀਂ 462 ਨੂੰ 2 ਨਾਲ ਗੁਣਾ ਕਰੋਗੇ ਤਾਂ ਇਹ ਤੁਹਾਡੇ ਕੋਲ ਬਣ ਜਾਣਾ 924, ਕਿਉਂਕਿ 2 ਦੂਣੀ 4, 6 ਦੂਣੀ 12, 4 ਦੂਣੀ 8 ਤੇ 1 9, ਜਾਣੀ ਕਿ B ਦੇ ਹਿੱਸੇ ਦੇ ਵਿੱਚ 924 ਰੁਪਏ ਆਉਣਗੇ। ਅਗਲਾ ਪ੍ਰਸ਼ਨ ਆ, ਇੱਕ ਰਾਸ਼ੀ ਸਧਾਰਨ ਵਿਆਜ ਤੇ 5 ਸਾਲਾਂ, ਹਾਂਜੀ ਨੈਕਸਟ ਸਮ ਆ, ਇੱਕ ਰਾਸ਼ੀ ਸਧਾਰਨ ਵਿਆਜ ਤੇ 5 ਸਾਲ ਵਿੱਚ 9015 ਰੁਪਏ ਅਤੇ 6 ਸਾਲਾਂ ਵਿੱਚ 10054 ਰੁਪਏ ਹੋ ਜਾਂਦੀ ਆ। ਰਾਸ਼ੀ ਕੀ ਹੋਵੇਗੀ? ਤੁਸੀਂ ਰਾਸ਼ੀ ਪਤਾ ਕਰਨੀ ਬਹੁਤ ਹੀ ਸਿੰਪਲ ਵਿੱਚ ਕਰਦੇ ਆ। 6 ਸਾਲਾਂ ਦੇ ਵਿੱਚ ਇੱਕ ਰਾਸ਼ੀ 10054 ਰੁਪਏ ਹੁੰਦੀ ਆ ਅਤੇ 5 ਸਾਲਾਂ ਦੇ ਵਿੱਚ ਦੇਖੋ 5 ਸਾਲਾਂ ਦਾ ਵਿਆਜ ਲੱਗ ਕੇ ਹੀ 9015 ਬਣਦੀ ਹੈ ਨਾ 5 ਸਾਲਾਂ ਵਿੱਚ, ਤਾਂ 1 ਸਾਲ ਦਾ ਵਿਆਜ ਦੇਖ ਲਓ। 1 ਸਾਲ ਦਾ ਵਿਆਜ ਲੱਗੂਗਾ ਜੀ ਉਹਨੂੰ ਜਦੋਂ ਤੁਸੀਂ ਮਾਈਨਸ ਕਰੋਗੇ 1039, ਤਾਂ ਇੱਥੋਂ 5 ਸਾਲਾਂ ਦੇ ਵਿੱਚ ਹੋਈ ਸੀ ਨਾ 9015, ਤਾਂ ਤੁਸੀਂ 5 ਸਾਲਾਂ ਦਾ ਵਿਆਜ ਦੇਖ ਲਓ ਕਿੰਨਾ ਬਣਿਆ। 5 ਸਾਲਾਂ ਦਾ ਵਿਆਜ ਬਣ ਗਿਆ 5195 ਰੁਪਏ। 5195 ਕਿਉਂਕਿ ਉਹ 5 ਸਾਲਾਂ ਦੇ ਵਿੱਚ ਵਿਆਜ ਲੱਗ ਕੇ 9015 ਬਣੀ ਆ, ਤਾਂ 5 ਸਾਲਾਂ ਦਾ ਵਿਆਜ ਘਟਾ ਦਿਓ, ਤੁਹਾਨੂੰ ਮੂਲ ਰਾਸ਼ੀ ਪਤਾ ਲੱਗ ਜਾਵੇਗੀ ਕਿ ਕਿੰਨੀ ਆ। ਮੂਲ ਰਾਸ਼ੀ 3820 ਰੁਪਏ, ਤਾਂ ਰਾਈਟ ਆਨਸਰ ਹੈ ਆਪਸ਼ਨ ਸੀ। ਅਗਲਾ ਪ੍ਰਸ਼ਨ, ਹਾਂਜੀ ਅੱਗੇ ਹੱਲ ਕਰੋ। 1.2 ਦੀ ਪਾਵਰ 3 ਮਾਈਨਸ 0.8 ਦੀ ਪਾਵਰ 2 ਆ, ਤਾਂ ਇੱਕ ਹਾਂਜੀ ਅੱਗੇ ਆ 1.2 ਦੀ ਪਾਵਰ 3 ਮਾਈਨਸ 0.8 ਦੀ ਪਾਵਰ 2, ਠੀਕ ਹੈ। 1.2 ਦੀ ਪਾਵਰ 3 ਹੋਣ ਦਾ ਮਤਲਬ ਕੀ ਆ ਕਿ 1.2 ਆ ਜਿਹੜਾ ਇਹ ਕਿੰਨੇ ਵਾਰ ਮਲਟੀਪਲਾਈ ਹੋ ਰਿਹਾ? 3 ਵਾਰ, ਕਿਉਂਕਿ ਇਹਦੀ ਪਾਵਰ 3 ਆ। ਦੇਖੋ ਮੈਨੂੰ ਪਤਾ ਵਾਰੋ ਵਾਰੀ 144 ਹੁੰਦਾ, ਜਾਣੀ ਕਿ 12 ਦੀ ਕਿਊਬ ਬਣ ਰਹੀ ਆ। ਮੈਨੂੰ ਪਤਾ ਹੈ ਕਿ ਜਿਹੜੀ 12 ਦੀ ਕਿਊਬ ਆ ਉਹ 1728 ਹੁੰਦੀ ਆ, ਠੀਕ ਹੈ। ਹੁਣ ਦੇਖੋ 12 ਇੱਕ ਡਿਜਿਟ, 2 ਡਿਜਿਟ, 3 ਡਿਜਿਟ, ਤਿੰਨ ਅੱਖਰ ਬਣ ਗਏ ਨਾ ਜਿਨ੍ਹਾਂ ਤੋਂ ਪਹਿਲਾਂ ਪੁਆਇੰਟ ਲੱਗਿਆ, ਤਾਂ ਮੈਂ ਇਹਨਾਂ ਨੂੰ ਮਲਟੀਪਲਾਈ ਕਰਨ ਤੋਂ ਬਾਅਦ 12 ਨੂੰ 3 ਵਾਰ, ਤਾਂ 3 ਅੱਖਰ ਛੱਡ ਕੇ ਪੁਆਇੰਟ ਲਾਤਾ। ਹੁਣ ਇਹਦੇ ਵਿੱਚੋਂ ਮਾਈਨਸ ਹੋ ਰਿਹਾ 8, 0.8, ਪਰ ਇਹ 2 ਵਾਰ ਗੁਣਾ ਹੋ ਰਿਹਾ, 0.8 ਗੁਣਾ ਹੋ ਰਿਹਾ ਨਾ, ਕਿਉਂਕਿ 2 ਪਾਵਰ ਹੋਣ ਦਾ ਮਤਲਬ 2 ਵਾਰ ਗੁਣਾ ਹੋ ਰਿਹਾ, 3 ਪਾਵਰ ਹੋਣ ਦਾ ਮਤਲਬ 3 ਵਾਰ ਗੁਣਾ ਹੋ ਰਿਹਾ। 8 8 ਕਿੰਨੇ ਹੁੰਦੇ? 64 ਡਿਜਿਟ ਬਣ ਗਏ ਟੋਟਲ 2 ਅੱਖਰ ਛੱਡ ਕੇ ਪੁਆਇੰਟ ਲਾਵਾਂਗੇ। ਹੁਣ ਅਸੀਂ ਇਹਦੇ ਚ ਮਾਈਨਸ ਕਰਨਾ 0.64, ਜਦੋਂ ਤੁਸੀਂ ਇਹਨੂੰ ਮਾਈਨਸ ਕਰੋਗੇ ਇਹ ਤੁਹਾਡੇ ਕੋਲੇ ਬਣ ਗਿਆ 1.088, ਤਾਂ ਆਪਸ਼ਨ ਸੀ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ, ਜੇਕਰ ਇੱਕ ਸੰਖਿਆ ਦੇ 3/5 ਦਾ 60%, ਹਾਂਜੀ ਕੋਈ ਸੰਖਿਆ ਵਾ ਮੈਨੂੰ ਨਹੀਂ ਪਤਾ ਕਿਹੜੀ ਆ, ਮੈਂ ਪਹਿਲਾਂ ਹੀ x ਲੈ ਲਈ। x ਦਾ ਉਹ ਕਹਿੰਦਾ 3/5, ਅੱਗੇ ਉਸ ਦਾ ਵੀ, ਦਾ ਮਤਲਬ ਕੀ ਹੁੰਦਾ? ਗੁਣਾ। 60%, ਪਰਸੈਂਟ ਦਾ ਮਤਲਬ ਹੁੰਦਾ ਬਟਾ 100, ਤੇ ਰੇਟ ਹੈ, ਇਹੀ ਤਾਂ ਕਹਿ ਰਿਹਾ ਨਾ, ਮੀਨਿੰਗ ਸਮਝੋ। ਜੇਕਰ ਇੱਕ ਸੰਖਿਆ ਦੇ 3/5 ਦਾ 60% ਤੇ ਰੇਟ ਹੈ ਤਾਂ ਉਹ ਸੰਖਿਆ ਪਤਾ ਕਰੋ। ਤਾਂ ਹੁਣ 1 5 5 ਬਾਹਰੋਂ 5 60 ਹੋ ਗਏ, ਠੀਕ ਹੈ। ਹੁਣ 12 1 12, 12 30 ਸੌਰੀ 12 ਆਪਾਂ 4 ਤੇ ਕੱਟ ਦਿੰਨੇ ਆ, 4 30 12, 25 ਚੌਕਾ 100, ਠੀਕ ਹੈ। ਹੁਣ ਇੱਧਰ ਮੇਰੇ ਕੋਲ ਬਣ ਗਿਆ x ਗੁਣਾ 9/25, 33 9 ਹੁੰਦੇ ਆ ਨਾ, 9/25 ਬਰਾਬਰ ਆ ਗਿਆ 63। ਹੁਣ ਇਹ 25 ਆ ਜਿਹੜਾ ਇੱਧਰ ਡਿਵਾਈਡ ਹੋ ਰਿਹਾ, ਦੂਜੇ ਪਾਸੇ ਜਾ ਕੇ ਕੀ ਹੋ ਗਿਆ? ਗੁਣਾ, ਠੀਕ ਹੈ। ਬਟਾ ਇਹ ਲੱਗ ਰਿਹਾ ਗਿਆ ਬਟਾ 9 ਇੱਧਰ ਆ ਕੇ ਲੱਗ ਗਿਆ ਨਾ। ਹੁਣ 1 ਨਾ ਆ 9 7 63। ਹੁਣ ਜਦੋਂ ਤੁਸੀਂ ਇੱਥੇ 7 ਨੂੰ ਤੇ 25 ਨੂੰ ਮਲਟੀਪਲਾਈ ਕਰੋਗੇ, 25 7 ਹੁੰਦਾ 175, ਆਪਸ਼ਨ ਡੀ ਇੱਥੇ ਰਾਈਟ ਆਨਸਰ ਹੈ, ਠੀਕ ਹੈ। ਅਗਲਾ ਪ੍ਰਸ਼ਨ ਹੈ ਜੀ ਵੈਰੀ ਵੈਰੀ ਇੰਪੋਰਟੈਂਟ ਐਂਡ ਬਹੁਤ ਹੀ ਇੰਟਰਸਟਿੰਗ ਵੀ ਕਹਿ ਸਕਦੇ ਹਾਂ ਆਪਾਂ। ਰੀਜ਼ਨਿੰਗ ਤੁਹਾਡੀ ਸ਼ੁਰੂ ਹੋ ਚੁੱਕੀ ਹੈ। ਇਸ ਪ੍ਰਸ਼ਨ ਦੇ ਵਿੱਚ 3 ਕਥਨਾਂ ਤੋਂ ਬਾਅਦ 2 ਛਿੱਟੇ ਆ, ਇੱਕ ਅਤੇ ਸੰਖਿਆ 2 ਦਿੱਤੇ ਹੋਏ ਆ। ਕਥਨਾਂ ਵਿੱਚ ਦਿੱਤੀ ਸਾਰੀ ਜਾਣਕਾਰੀ ਨੂੰ ਤੁਸੀਂ ਸੱਚ ਮੰਨਣਾ ਵਾ, ਤੇ ਦੋਵੇਂ ਛਿੱਟਿਆਂ ਦਾ
ਇਕੱਠਿਆਂ ਵਿਸ਼ਲੇਸ਼ਣ ਕਰਨਾ ਤੇ ਨਿਰਧਾਰਿਤ ਕਰੋ ਕਿ ਦੋਵਾਂ ਦੇ ਵਿੱਚੋਂ ਕਿਹੜਾ ਸਹੀ ਹੋਊਗਾ ਜਾਂ ਕਿਹੜੀ ਜਾਣਕਾਰੀ ਸਹੀ ਆ ਤੇ ਪਾਲਣਾ ਕਰ ਰਹੀ ਆ। ਸਭ ਤੋਂ ਪਹਿਲਾਂ ਦਿੱਤਾ ਹੋਇਆ ਕੁਝ ਸੜਕਾਂ ਰੇਲਾਂ ਹਨ। ਠੀਕ ਹੈ, ਕੁਝ ਸੜਕਾਂ ਰੇਲਾਂ ਹਨ ਤਾਂ ਕੁਝ ਦੇ ਲਈ ਆਪਾਂ ਸਟਰਕਚਰ ਬਣਾਉਣਾ ਮੈਂ ਤੁਹਾਨੂੰ ਸਿਖਾਇਆ ਹੋਇਆ। ਜਦੋਂ ਕੁਝ ਦੀ ਗੱਲ ਹੋਵੇ ਤਾਂ ਇਹ ਸਟਰਕਚਰ ਬਣਦਾ ਵਾ। ਠੀਕ ਹੈ, ਕੁਝ ਸੜਕਾਂ ਨੇ ਜਿਹੜੀਆਂ ਰੇਲਾਂ ਨੇ, ਨਾਲ ਦੀ ਨਾਲ ਤੁਸੀਂ ਨਾਮ ਦੇ ਦਿਓ। ਕੁਝ ਸੜਕਾਂ ਨੇ ਇਹਨਾਂ ਦੇ ਵਿੱਚੋਂ ਜਿਹੜੀਆਂ ਕੀ ਨੇ ਰੇਲਾਂ ਨੇ। ਠੀਕ ਹੈ, ਫਿਰ ਕੁਝ ਰੇਲਾਂ ਅੱਗੇ ਜਾ ਕੇ ਕੀ ਨੇ ਜ਼ਮੀਨ ਆ, ਤਾਂ ਆਪਾਂ ਇੱਥੇ ਜ਼ਮੀਨ ਵੀ ਕ੍ਰੀਏਟ ਕਰ ਲਈ, ਜਿੱਜਾ ਪਾ ਲਿਆ। ਠੀਕ ਹੈ, ਕੁਝ ਰੇਲਾਂ ਜ਼ਮੀਨਾਂ ਹਨ। ਫਿਰ ਕੁਝ ਜ਼ਮੀਨਾਂ ਦੇ ਵਿੱਚੋਂ ਵੀ ਕੁਝ ਕੀ ਨੇ ਸਮੁੰਦਰ ਆ, ਤਾਂ ਆਪਾਂ ਇੱਥੇ ਸਮੁੰਦਰ ਵੀ ਬਣਾ ਲਿਆ। ਠੀਕ ਹੈ, ਇਹ ਬਣ ਗਿਆ ਸਮੁੰਦਰ। ਸਮੁੰਦਰ ਲਿਖ ਦਿੱਤਾ ਜੀ ਮੈਂ ਨਾਲ ਹੀ। ਠੀਕ ਹੈ, ਸੱਸਾ ਮੰਮਾ ਪਾਤਾ ਤੇ ਸੜਕਾਂ ਨੂੰ ਸੱਸਾ ਪਾਇਆ। ਅੱਗੇ ਦੇ ਦਿਆਂ ਕਿਹੜਾ ਨਤੀਜਾ ਫੋਲੋ ਕਰ ਰਿਹਾ, ਸਾਰੀਆਂ ਸੜਕਾਂ ਸਮੁੰਦਰ ਹਨ। ਕੀ ਇੱਥੇ ਆ ਸੜਕਾਂ ਪਈਆਂ ਤੇ ਆ ਸਮੁੰਦਰ ਪਿਆ, ਇਹਨਾਂ ਵਿੱਚ ਗੈਪ ਆ। ਦੇਖੋ ਤੁਸੀਂ ਧਿਆਨ ਨਾਲ, ਹੁਣ ਜੇ ਤੁਸੀਂ ਇਹਨੂੰ ਧਿਆਨ ਨਾਲ ਦੇਖੋ ਤਾਂ ਇਹਨਾਂ ਵਿੱਚੋਂ ਗੈਪ ਬਣ ਰਿਹਾ ਨਾ, ਇੰਨਾ ਗੈਪ ਬਣ ਰਿਹਾ ਵਿੱਚ, ਤਾਂ ਇਹਨਾਂ ਦਾ ਤਾਂ ਆਪਸ 'ਚ ਕੋਈ ਰਿਲੇਸ਼ਨ ਹੀ ਨਹੀਂ ਬਣ ਰਿਹਾ। ਸਾਰੀਆਂ ਸੜਕਾਂ ਸਮੁੰਦਰ ਹਨ ਕਿ ਸਾਰੀਆਂ ਨੇ? ਨਹੀਂ, ਬਿਲਕੁਲ ਗਲਤ ਆ। ਕੁਝ ਜ਼ਮੀਨਾਂ ਜ਼ਰੂਰ, ਉਹ ਕਹਿੰਦਾ ਸੜਕਾਂ ਨੇ, ਤਾਂ ਕੁਝ ਜ਼ਮੀਨਾਂ, ਇਹ ਜ਼ਮੀਨਾਂ ਪਈਆਂ ਨੇ। ਠੀਕ ਹੈ, ਇਹ ਜ਼ਮੀਨਾਂ ਨੇ ਤੇ ਸੜਕਾਂ ਨੇ, ਪਰ ਕਿੱਥੋਂ ਕੁਝ ਹੋ ਗਈਆਂ? ਨਹੀਂ ਹੋਈਆਂ ਨਾ ਕੁਝ, ਮਤਲਬ ਇੱਥੇ ਸੰਭਾਵਨਾ ਪੈਦਾ ਹੋ ਰਹੀ ਆ। ਜੇ ਅਸੀਂ ਦੂਸਰਾ ਸਟਰਕਚਰ ਵੀ ਬਣਾਉਂਦੇ ਆ ਤਾਂ ਇਹਨੂੰ ਵੀ ਅਸੀਂ ਰੋਂਗ ਕਰ ਦੇਵਾਂਗੇ, ਕਿਉਂਕਿ ਕੁਝ ਜ਼ਮੀਨਾਂ ਸੜਕਾਂ ਹਨ, ਕੁਝ ਜ਼ਮੀਨਾਂ ਇਹ ਪਈਆਂ ਨੇ, ਸੜਕਾਂ ਇਹ ਪਈਆਂ ਨੇ, ਤਾਂ ਅਸੀਂ ਬੋਲ ਦਿੱਤਾ ਕਿ ਇਹ ਗਲਤ ਆ। ਤਾਂ ਆਪਸ਼ਨ ਨੰਬਰ ਇੱਥੇ ਡੀ ਰਾਈਟ ਆਨਸਰ ਹੈ ਕਿ ਨਾ ਤਾਂ 1 ਹੀ ਨਿਕਲਿਆ ਤੇ ਨਾ 2 ਨਤੀਜਾ ਨਿਕਲ ਰਿਹਾ। ਅੱਗੇ ਆ ਜੀ, ਹੇਠਾਂ ਦਿੱਤੀ ਅੱਖਰ ਲੜੀ ਵਿੱਚ ਲੁਪਤ ਪਦ ਪਤਾ ਕਰੋ, ਜਾਣੀ ਕਿ ਜਿਹੜੀ ਲੁਪਤ ਸੰਖਿਆ ਵਾ ਉਹ ਤੁਸੀਂ ਪਤਾ ਕਰਨੀ ਆ। ਜਦੋਂ ਆਪਾਂ ਇਸ ਨੂੰ ਧਿਆਨ ਨਾਲ ਦੇਖਦੇ ਆ ਤਾਂ ਸਾਨੂੰ ਪਤਾ ਲੱਗ ਰਿਹਾ ਹੈ ਉਹ ਪਹਿਲਾਂ ਲਿਖਿਆ, ਪਹਿਲਾਂ ਫਰਸਟ ਡਿਜਿਟ ਲੈਣਾ, ਹੋਰ ਕੁਝ ਵੀ ਨਹੀਂ ਕਰਨਾ ਕਿਉਂਕਿ ਆਪਾਂ ਆਪਣਾ ਟਾਈਮ ਨਹੀਂ ਖਰਾਬ ਕਰਨਾ। ਅਸੀਂ O ਲੈ ਲਈ, R ਲੈ ਲਈ, U ਲੈ ਲਈ, X ਲੈ ਲਿਆ ਤੇ ਅਗਲਾ ਨੰਬਰ ਅਸੀਂ ਪਤਾ ਕਰਨਾ। ਠੀਕ ਹੈ, ਹੁਣ ਜੇ O ਦੀ ਗੱਲ ਕਰੀਏ ਤਾਂ O ਕਿੰਨੇ ਨੰਬਰ ਤੇ ਆ ABC ਦੇ ਵਿੱਚ? O ਹੈਗਾ ਵਾ 15 ਨੰਬਰ ਤੇ। R ਕਿੰਨੇ ਤੇ ਆ? R ਹੈਗਾ ਜੀ 18 ਨੰਬਰ ਤੇ। ਠੀਕ ਹੈ, U ਦੀ ਗੱਲ ਕਰੀਏ, U ਕਿੰਨੇ ਤੇ ਆ? U ਹੈਗਾ ਜੀ 20 ਨੰਬਰ। U ਦੀ ਗੱਲ ਕਰੀਏ, U ਹੈਗਾ 21 ਨੰਬਰ ਤੇ। ਠੀਕ ਹੈ, T ਤੋਂ ਬਾਅਦ U ਆਉਂਦਾ ਨਾ, T 20 ਤੇ ਆ ਤਾਂ U 21 ਤੇ ਆ। X ਕਿੰਨੇ ਤੇ ਆਉਂਦਾ ਵਾ? X ਆਉਂਦਾ ਵਾ ਜੀ, ਇਹ ਆਉਂਦਾ X ਤੁਹਾਡੇ ਕੋਲੇ 24 ਨੰਬਰ ਤੇ। ਠੀਕ ਹੈ, ਹੁਣ ਤੁਸੀਂ ਇਹਨਾਂ ਦੇ ਵਿੱਚ ਡਿਫਰੈਂਸ ਚੈੱਕ ਕਰੋ। 15 ਤੇ 18 ਦੇ ਵਿੱਚ ਕਿੰਨਾ ਡਿਫਰੈਂਸ ਆ? 3 ਦਾ। ਠੀਕ ਹੈ, 18 ਤੇ 21 ਦੇ ਵਿੱਚ ਕਿੰਨਾ ਵਾ? 3 ਦਾ। 21 ਤੇ 24 ਦੇ ਵਿੱਚ ਕਿੰਨਾ? 3 ਦਾ। ਮਤਲਬ ਅਗਲੇ ਨੰਬਰ ਦੇ ਵਿੱਚ ਵੀ 24 ਦਾ ਹੋਊਗਾ। 15 ਤੇ 8 18, 18 ਤੇ 3 21, 15 ਤੇ 3 18, 18 ਤੇ 3 21, 21 ਤੇ 3 24, 24 ਤੇ 3 27। ਮਤਲਬ ਅਗਲਾ ਨੰਬਰ 27ਵਾਂ ਆਉਣਾ ਵਾ। ਤੁਸੀਂ ਦੇਖੋ ABC ਤਾਂ 26 ਤੱਕ ਆਣਾ। 27ਵਾਂ ਨੰਬਰ ਕਿਹੜਾ ਲਾਉਂਗੇ? ਦੁਬਾਰਾ ਤੋਂ ਸ਼ੁਰੂ ਕਰੋਗੇ, ਕਾਊਂਟ ਕਰੋਗੇ। 27ਵਾਂ ਫਿਰ A ਹੀ ਬਣੂਗਾ ਨਾ, ਤਾਂ A ਵਾਲੀ ਆਪਸ਼ਨ ਇੱਥੇ ਰਾਈਟ ਆਉਣੀ ਆ। ਆਪਸ਼ਨ ਤੁਸੀਂ B ਲਗਾ ਦੇਵੋਗੇ। ਜੇਕਰ ਤੁਹਾਨੂੰ 2 ਆਪਸ਼ਨ A ਵਾਲੀਆਂ ਮਿਲ ਜਾਣ ਫਿਰ ਤੁਸੀਂ ਸੈਕਿੰਡ ਡਿਜਿਟ ਲੈ ਕੇ ਚੈੱਕ ਕਰੋਗੇ। ਕਲੀਅਰ? ਅੱਗੇ ਇੱਕ, ਹਾਂਜੀ, ਇੱਕ ਮਹਿਲਾ ਵੱਲ ਇਸ਼ਾਰਾ ਕਰਦੇ ਹੋਏ ਰਾਮ ਨੇ ਕਿਹਾ, ਉਹ ਮੇਰੀ ਮਾਂ ਦੇ ਇਕਲੌਤੇ ਪੁੱਤਰ ਦੇ, ਹਾਂਜੀ ਇੱਥੇ ਬਾਈ ਮਿਸਟੇਕ ਟਾਈਪ ਹੋ ਗਿਆ, ਇਕਲੌਤੇ ਪੁੱਤਰ ਦੇ ਪੁੱਤਰ ਦੀ, ਇਕਲੌਤੇ ਪੁੱਤਰ ਦੇ ਪੁੱਤਰ ਦੀ, ਇਹਦੀ ਜਗ੍ਹਾ ਤੇ ਪੁੱਤਰ ਦੀ ਆਉਣਾ ਸੀ, ਪਤਨੀ ਹੈ। ਹੁਣ ਦੇਖੋ ਰਾਮ ਇਸ਼ਾਰਾ ਕਰ ਰਿਹਾ ਵਾ ਕਿ ਉਹ ਮੇਰੀ ਮਾਂ ਦੇ, ਮਤਲਬ ਕਿ ਰਾਮ ਦੀ ਮਾਂ ਵਾ। ਠੀਕ ਹੈ, ਰਾਮ ਦੀ ਮਾਂ ਦਾ ਇਕਲੌਤਾ ਪੁੱਤਰ ਆ। ਜੇ ਉਹਦਾ ਇਕਲੌਤਾ ਪੁੱਤਰ ਆ ਤਾਂ ਉਹ ਰਾਮ ਹੀ ਹੋਇਆ। ਠੀਕ ਹੈ, ਇਕਲੌਤੇ ਪੁੱਤਰ ਦੇ ਪੁੱਤਰ ਮਤਲਬ ਰਾਮ ਦਾ ਅੱਗੇ ਫਿਰ ਪੁੱਤਰ ਆ, ਪੁੱਤਰ ਦੇ ਪੁੱਤਰ, ਮਾਂ ਦੇ ਇਕਲੌਤੇ ਪੁੱਤਰ ਦੇ ਪੁੱਤਰ ਦੀ ਪਤਨੀ ਆ, ਤਾਂ ਉਸ ਮਹਿਲਾ ਦਾ ਰਾਮ ਨਾਲ ਕੀ ਰਿਸ਼ਤਾ ਹੋਇਆ? ਤਾਂ ਮਹਿਲਾ ਰਾਮ ਦੀ ਕੀ ਲੱਗੀ? ਰਾਮ ਦਾ ਪੁੱਤਰ ਆ, ਉਹਦੀ ਪਤਨੀ ਆ, ਤਾਂ ਰਾਮ ਪਤਨੀ ਆ, ਮਤਲਬ ਇਸ ਦਾ ਇਹ ਸਹੁਰਾ ਲੱਗਿਆ। ਤੇ ਰਾਮ ਦੀ ਕੀ ਲੱਗੀ? ਨੌਂ ਲੱਗੀ, ਤਾਂ ਮਹਿਲਾ ਦਾ ਰਾਮ ਨਾਲ ਕੀ ਰਿਸ਼ਤਾ ਹੋਇਆ? ਨੌਂ ਦਾ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਹਾਂਜੀ ਅੱਗੇ ਦੇਖੋ, ਰਿਤਵਿਕ ਪੱਛਮ ਵੱਲ ਚੱਲਣਾ ਸ਼ੁਰੂ ਕਰਦਾ ਹੈ ਤੇ 11 ਮੀਟਰ ਚੱਲਦਾ ਹੈ। ਪੱਛਮ ਇਹੀ ਡਾਇਰੈਕਸ਼ਨ ਹੁੰਦੀ ਹੈ ਨਾ, ਇਧਰ ਨੂੰ ਉਹ 11 ਮੀਟਰ ਚੱਲ ਪਿਆ। ਹੁਣ ਉਹ ਆਪਣੇ ਖੱਬੇ ਪਾਸੇ ਮੁੜਦਾ ਹੈ, ਖੱਬੇ ਪਾਸੇ ਮੁੜ ਪਿਆ ਅਤੇ 17 ਮੀਟਰ ਚੱਲਿਆ। ਠੀਕ ਹੈ, 17 ਮੀਟਰ, ਮੰਨ ਲਓ ਇੱਥੋਂ ਚੱਲਣਾ ਸ਼ੁਰੂ ਕਰਦਾ, 17 ਮੀਟਰ ਉਹ ਚੱਲ ਪਿਆ। ਫਿਰ ਉਹ ਆਪਣੇ ਖੱਬੇ ਪਾਸੇ ਮੁੜਦਾ ਹੈ
ਤਾਂ ਉਹਦਾ ਹੁਣ ਖੱਬਾ ਪਾਸਾ ਕਿਹੜਾ ਹੋ ਗਿਆ, ਖੱਬਾ ਪਾਸਾ ਹੁੰਦਾ ਜੀ ਘੜੀ ਦੀ ਸੂਈ ਦੇ ਉਲਟ ਵਾਲਾ। ਠੀਕ ਹੈ, ਇੱਧਰ ਨੂੰ ਮੁੜ ਪਿਆ ਅਤੇ 19 ਮੀਟਰ ਚੱਲਦਾ ਹੈ। ਆਪਾਂ ਇੱਥੇ 19 ਮੀਟਰ ਚਲਾ ਦਿੱਤਾ ਉਹਨੂੰ। ਹੁਣ ਉਹ ਦੁਬਾਰਾ ਆਪਣੇ ਖੱਬੇ ਮੁੜ ਗਿਆ, ਦੁਬਾਰਾ ਇੱਥੇ ਆ ਗਿਆ ਨਾ, ਉਹ ਦੁਬਾਰਾ ਆਪਣੇ ਖੱਬੇ ਮੁੜ ਗਿਆ ਕਿਉਂਕਿ 19 ਮੀਟਰ ਬਹੁਤ ਜ਼ਿਆਦਾ ਵਾ। ਠੀਕ ਹੈ, 17 ਨਾਲੋਂ ਵੀ 11 ਨਾਲੋਂ ਵੀ 11 ਜੇ ਇੱਥੇ ਆ ਤਾਂ 19 ਇੱਥੇ ਆ ਗਿਆ। 19 ਮੀਟਰ ਚੱਲਿਆ, 19 ਮੀਟਰ ਤੋਂ ਬਾਅਦ ਉਹ ਫਿਰ ਖੱਬੇ ਮੁੜਿਆ ਆਪਣੇ। 19 ਮੀਟਰ ਚੱਲ ਕੇ ਉਹ ਫਿਰ ਆਪਣੇ ਖੱਬੇ ਮੁੜ ਜਾਂਦਾ ਤਾਂ ਉਹਦਾ ਖੱਬਾ ਉੱਪਰ ਨੂੰ ਹੋ ਗਿਆ ਨਾ 19 ਮੀਟਰ ਤੋਂ। ਜਦੋਂ ਉੱਪਰ ਨੂੰ ਹੋ ਗਿਆ ਤਾਂ ਉਹ 10 ਮੀਟਰ ਚੱਲਦਾ। ਇਹ 17 ਵਾ, 17 ਦੇ ਇੱਥੇ ਕੂਗਾ 10 ਤਾਂ ਮਤਲਬ ਉਹ 10 ਮੀਟਰ ਇੱਥੇ ਚੱਲ ਪਿਆ। ਠੀਕ ਹੈ, ਤੇ ਉਹ ਆਖਰੀ ਵਾਰ ਖੱਬਾ ਮੋੜ ਲਿਆ ਉਹਨੇ, ਆਖਰੀ ਵਾਰ ਇੱਥੋਂ ਖੱਬਾ ਮੋੜ ਲਿਆ ਅਤੇ 8 ਮੀਟਰ ਚੱਲਿਆ। 8 ਮੀਟਰ ਚੱਲਿਆ, ਆ 19 ਮੀਟਰ ਆ ਸਾਰਾ। ਠੀਕ ਹੈ, ਤੇ ਇੱਥੋਂ ਉਹ 8 ਮੀਟਰ ਚੱਲਿਆ ਮਤਲਬ ਇੱਥੇ ਕਾ। ਠੀਕ ਹੈ, ਇਸ ਜਗ੍ਹਾ ਤੇ ਆ ਕੇ ਖੜ ਗਿਆ ਉਹ, ਇਸ ਜਗ੍ਹਾ ਤੇ। ਠੀਕ ਹੈ ਜੀ, ਹੁਣ ਜਦੋਂ ਇਸ ਜਗ੍ਹਾ ਤੇ ਆ ਕੇ ਖੜਿਆ ਵਾ ਤਾਂ ਤੁਸੀਂ ਦੇਖੋ ਇੱਥੇ ਉਹ 8 ਮੀਟਰ ਚੱਲਿਆ ਵਾ। ਠੀਕ ਹੈ, ਹੁਣ ਉਹ ਆਪਣੀ ਸ਼ੁਰੂਆਤੀ ਸਥਿਤੀ ਦੇ ਸੰਬੰਧ ਦੇ ਵਿੱਚ, ਸ਼ੁਰੂਆਤੀ ਸਥਿਤੀ ਕਿਹੜੀ ਆ, ਇੱਥੇ ਮੈਂ ਤੁਹਾਨੂੰ ਡਾਟ ਲਾ ਕੇ ਦਿਖਾ ਦਿੰਦੀ ਆ, ਇਹ ਸ਼ੁਰੂਆਤੀ ਸਥਿਤੀ ਆ। ਠੀਕ ਹੈ, ਇੱਥੇ ਆ ਕੇ ਉਹ ਖੜ ਗਿਆ ਵਾ। ਉਹਨੇ ਬੋਲਿਆ ਕਿ ਸ਼ੁਰੂਆਤੀ ਸਥਿਤੀ ਦੇ ਸਤੰਭ ਵਿੱਚ ਸੰਦਰਭ ਦੇ ਵਿੱਚ ਤੁਸੀਂ ਦੇਖਣਾ ਕਿ ਉਹ ਕਿਸ ਦਿਸ਼ਾ ਦੇ ਵਿੱਚ ਆ। ਸ਼ੁਰੂਆਤ ਤੋਂ ਤਾਂ ਕਿਹੜੀ ਦਿਸ਼ਾ ਬਣ ਰਹੀ ਹੈ, ਇਹ ਹੇਠਾਂ ਨੂੰ ਬਣ ਰਹੀ ਹੈ ਨਾ, ਤਾਂ ਹੇਠਾਂ ਨੂੰ ਕਿਹੜੀ ਦਿਸ਼ਾ ਆਉਂਦੀ ਹੈ, ਦੱਖਣ, ਮਤਲਬ ਦੱਖਣ ਵੱਲ ਆ। ਇਥੋਂ ਇਹ ਤਾਂ ਕਲੀਅਰ ਹੋ ਗਿਆ ਕਿ ਆਪਸ਼ਨ ਬੀ ਰਾਈਟ ਆ। ਹੁਣ ਦੇਖੋ ਦੱਖਣ ਵੱਲ ਤਾਂ ਹੈਗਾ ਵਾ, ਤੇ ਹੁਣ ਇਹ ਵੀ ਪੁੱਛਿਆ ਕਿ ਕਿੰਨੀ ਦੂਰ ਹੈ, ਸ਼ੁਰੂਆਤੀ ਸਥਿਤੀ ਤੋਂ ਕਿੰਨੀ ਦੂਰ ਆ, 10 ਤਾਂ ਇਹ ਟੋਟਲ 17 ਵਾ ਨਾ। ਇੱਥੋਂ ਦੇਖੋ ਆਇਤ ਬਣ ਰਿਹਾ, ਆਇਤ ਦੀਆਂ ਆਮੋ ਸਾਹਮਣੇ ਦੀਆਂ ਭੁਜਾਵਾਂ ਬਰਾਬਰ ਹੁੰਦੀਆਂ, ਇਹ 17 ਵਾ ਤੇ ਇੱਥੇ ਤੱਕ ਤਾਂ 10 ਹੀ ਚੱਲਿਆ ਨਾ, ਇੰਨਾ ਤਾਂ ਇੰਨਾ ਚੱਲਣਾ ਹਜੇ ਉਹਦਾ ਬਾਕੀ ਆ। ਇੱਥੇ ਪਹੁੰਚਣ ਲਈ ਮਗਰ ਕਿੰਨਾ ਰਹਿ ਗਿਆ, 7 ਮੀਟਰ। ਤਾਂ ਆਪਸ਼ਨ ਬੀ ਇੱਥੇ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ, ਨਿਕਿਤਾ ਸਿਖਰ ਤੋਂ 84ਵੇਂ ਅਤੇ ਨੀਲ ਸਿਖਰ ਤੋਂ 21ਵੇਂ ਸਥਾਨ ਉੱਤੇ ਹੈ। 20 ਵਿਦਿਆਰਥੀ ਨਿਕਿਤਾ ਤੋਂ ਹੇਠਾਂ ਅਤੇ ਨਮਰਤਾ ਤੋਂ ਉੱਪਰ ਸਨ, ਜੋ ਕਿ ਹੇਠਾਂ ਤੋਂ 29ਵੇਂ ਸਥਾਨ ਉੱਤੇ ਰਹੀ। ਕੁਛ ਵੀ ਨਹੀਂ ਗਾ ਇਸ ਦੇ ਵਿੱਚ, ਬਸ ਤੁਸੀਂ ਨੀਲ ਸਿਖਰ ਤੋਂ 21ਵੇਂ ਨੰਬਰ ਤੇ ਤੁਹਾਨੂੰ ਪਜ਼ਲ ਕਰਨ ਲਈ ਦੱਸਿਆ। ਨਿਕਿਤਾ ਦਾ ਜ਼ਿਕਰ 2 ਵਾਰ ਹੋ ਗਿਆ, ਮਤਲਬ ਨਿਕਿਤਾ ਹੀ ਇਸ ਦੇ ਵਿੱਚ ਮੇਨ ਆ। ਨਿਕਿਤਾ ਸਿਖਰ ਤੋਂ 84ਵੇਂ ਨੰਬਰ ਤੇ ਆ, ਮਤਲਬ ਸਿਖਰ ਤੋਂ ਦੇਖੀਏ ਤਾਂ ਨਿਕਿਤਾ ਤੋਂ ਪਹਿਲਾਂ 83 ਵਿਦਿਆਰਥੀ ਨੇ। ਠੀਕ ਹੈ, ਅਤੇ 20 ਵਿਦਿਆਰਥੀ ਨਿਕਿਤਾ ਤੋਂ ਹੇਠਾਂ ਵਾ, ਮਤਲਬ 20 ਵਿਦਿਆਰਥੀ ਆ ਉਹਦੇ ਤੋਂ ਬਾਅਦ ਵੀ ਆ। ਠੀਕ ਹੈ, ਪਰ ਉਹ ਜਿਹੜੇ 20 ਵਿਦਿਆਰਥੀ ਆ ਉਹ ਨਮਰਤਾ ਤੋਂ ਉੱਪਰ ਆ। ਠੀਕ ਹੈ, ਇਹ ਵਿਦਿਆਰਥੀ ਆ ਜਿਹੜੇ 20, ਇਹ ਨਮਰਤਾ ਤੋਂ ਉੱਪਰ ਆ ਤੇ ਨਮਰਤਾ ਹੇਠਾਂ ਤੋਂ 29ਵੇਂ ਸਥਾਨ ਤੇ ਆ, ਮਤਲਬ 29 ਵਿਦਿਆਰਥੀ ਹੋਰ ਵੀ ਆ। ਠੀਕ ਹੈ, 29ਵੇਂ ਸਥਾਨ ਤੇ ਆ ਨਾ ਨਮਰਤਾ। ਜਿੱਥੋਂ ਨਹੀਂ ਪਤਾ ਲੱਗਿਆ ਇੱਕ ਵਾਰ ਹੋਰ ਲਿਖ ਦਿੰਨੀ ਆ, 83 ਵਿਦਿਆਰਥੀ ਆ। ਮੰਨ ਲਓ ਨਿਕਿਤਾ ਸਿਖਰ ਤੋਂ 84ਵੇਂ ਨੰਬਰ ਤੇ ਆ, ਉਹਦੇ ਤੋਂ ਪਹਿਲਾਂ ਕਿੰਨੇ ਹੋ ਗਏ, 84ਵੇਂ ਨੰਬਰ ਤੇ ਆ ਤਾਂ ਉਹਦੇ ਤੋਂ ਪਹਿਲਾਂ 83 ਹੋ ਗਏ। ਫਿਰ ਉਸ ਤੋਂ ਬਾਅਦ 20 ਵਿਦਿਆਰਥੀ ਉਹਦੇ ਤੋਂ ਹੇਠਾਂ ਵਾ, 20 ਵਿਦਿਆਰਥੀ ਅਸੀਂ ਹੇਠਾਂ ਵੀ ਬਣਾਤੇ, ਪਰ ਉਹ ਜਿਹੜੇ 20 ਵਿਦਿਆਰਥੀ ਉਹ ਨਮਰਤਾ ਤੋਂ ਉੱਪਰ ਆ। ਨਮਰਤਾ ਵਾ ਜਿਹੜੀ ਉਹ 29ਵੇਂ ਸਥਾਨ ਤੇ ਆ, ਮਤਲਬ ਇਹ ਨਮਰਤਾ ਵਾ ਇਹ 29ਵੇਂ ਸਥਾਨ ਤੇ ਆ, ਤਾਂ ਇਹਦੇ ਤੋਂ ਬਾਅਦ ਕਿੰਨੇ ਬੱਚੇ ਆ, ਇਹਦੇ ਤੋਂ ਬਾਅਦ 28 ਆ। ਠੀਕ ਹੈ, ਹੁਣ ਇਹਨਾਂ ਦਾ ਟੋਟਲ ਕਰ ਲਓ। ਟੋਟਲ ਜਦੋਂ ਤੁਸੀਂ ਇਹਨਾਂ ਦਾ ਕਰੋਗੇ 9 ਤੇ 1 10 ਤੇ 3 13। ਠੀਕ ਹੈ, ਇੱਕ ਗਿਆ ਹਾਸਲ, 2 2 4 ਤੇ 8 12 ਤੇ 1 13, 133 ਬਣ ਗਿਆ। ਆਪਸ਼ਨ ਸੀ ਇੱਥੇ ਰਾਈਟ ਆਨਸਰ ਹੈ ਕਿ ਕੁੱਲ ਵਿਦਿਆਰਥੀ 133 ਹਨ। ਅਗਲਾ ਪ੍ਰਸ਼ਨ, ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਉੱਤਰ ਅਕਿਰਤੀ ਨੂੰ ਦੀ ਲੜੀ ਨੂੰ ਪੂਰਾ ਕਰ ਰਿਹਾ ਵਾ। ਤਾਂ ਹਾਂਜੀ, ਇਹਨਾਂ ਦੇ ਵਿੱਚੋਂ ਤੁਸੀਂ ਉੱਤਰ ਅਕਿਰਤੀ ਦੀ ਲੜੀ ਪੂਰੀ ਕਰਨੀ ਹੈ, ਮਤਲਬ ਜਿੱਥੇ ਪ੍ਰਸ਼ਨ ਚਿੰਨ੍ਹ ਦਿਸ ਰਿਹਾ ਤੁਹਾਨੂੰ ਉਹ ਤੁਸੀਂ ਦੱਸਣਾ ਕਿ ਉਹਦੀ ਜਗ੍ਹਾ ਤੇ ਕੀ ਆਵੇਗਾ। ਠੀਕ ਹੈ, ਤਾਂ ਪ੍ਰਸ਼ਨ ਚਿੰਨ੍ਹ ਦੇ ਲਈ ਤੁਸੀਂ ਦੇਖ ਸਕਦੇ ਹੋ, ਇਹਦੇ ਵਿੱਚੋਂ ਜਦੋਂ ਤੁਸੀਂ ਦੱਸਣਾ ਵਾ ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖੋ ਇਹ ਰੋਟੇਟ ਨਹੀਂ ਹੋ ਰਹੇਗੇ। ਠੀਕ ਹੈ, ਆਪਣੀ ਪਲੇਸ ਆ ਜਿਹੜੀ ਉਹ ਚੇਂਜ ਕਰ ਰਹੇ ਆ। ਕਿਵੇਂ ਚੇਂਜ ਕਰ ਰਹੇ ਆ, ਸਭ ਤੋਂ ਪਹਿਲਾਂ ਦੇਖੋ ਇਹ ਜਿਹੜਾ ਸਰਕਲ ਆ ਉਹ ਸੈਕਿੰਡ ਤੇ ਗਿਆ। ਠੀਕ ਹੈ, ਸੈਕਿੰਡ ਤੋਂ ਬਾਅਦ ਥਰਡ ਤੇ ਆਇਆ। ਹੁਣ ਜਿਹੜੀ ਸਾਨੂੰ ਡਾਇਗਰਾਮ ਚਾਹੀਦੀ ਆ ਉਹਦੇ ਇੱਥੇ ਸਰਕਲ ਹੋਣਾ ਚਾਹੀਦਾ, ਤਾਂ ਇੱਥੇ ਸਰਕਲ ਹੈਗਾ ਵਾ, ਇੱਕੋ ਇੱਕ ਆਪਸ਼ਨ ਆ, ਆਪਸ਼ਨ ਬੀ ਤੇ ਆਪਸ਼ਨ ਡੀ ਵੀ ਪਈ ਆ। ਤਾਂ ਇਹਦਾ ਮਤਲਬ ਸਾਨੂੰ ਹੁਣ 2 ਆਪਸ਼ਨਾਂ ਮਿਲ ਰਹੀਆਂ ਵਾ, ਤਾਂ ਅਸੀਂ ਇੱਕ ਅੱਖਰ ਹੋਰ ਚੈੱਕ ਕਰਾਂਗੇ। ਇੱਥੇ ਤਾਂ ਸਰਕਲ ਆਉਣਾ ਚਾਹੀਦਾ, ਤੁਹਾਨੂੰ ਪਤਾ ਲੱਗ ਗਿਆ। ਫਿਰ ਟ੍ਰਾਇੰਗਲ ਆ। ਠੀਕ ਹੈ, ਟ੍ਰਾਇੰਗਲ ਆ ਜਿਹੜੀ ਤੁਸੀਂ ਦੇਖੋ ਇੱਧਰ ਪਹਿਲਾਂ ਇੱਧਰ ਸੈਕਿੰਡ ਤੇ ਪਈ ਆ, ਫਿਰ ਫਸਟ ਤੇ ਆਈ ਤੇ ਉਸ ਤੋਂ ਬਾਅਦ ਇੱਧਰ ਫਸਟ ਫਿਰ ਸੈਕਿੰਡ ਫਸਟ ਤੇ ਹੀ ਰਹੀ ਆ। ਠੀਕ ਹੈ, ਤਾਂ ਇਹਨੂੰ ਜੇ ਆਪਾਂ ਦੇਖੀਏ ਤਾਂ ਆਪਾਂ ਸਭ ਤੋਂ ਪਹਿਲਾਂ ਮੇਨਲੀ +2 ਜਗ੍ਹਾ ਤੇ ਆ। ਠੀਕ ਹੈ, +2 ਜਗ੍ਹਾ ਤੇ ਸੇਮ ਆਇਆ ਤਾਂ ਟ੍ਰਾਇੰਗਲ +2 ਜਗ੍ਹਾ ਤੇ ਸੇਮ ਆਊਗਾ ਇੱਧਰ ਵੀ।
ਇੱਕ ਇਹ ਗੱਲ ਕਲੀਅਰ ਹੋਈ। ਉਸ ਤੋਂ ਬਾਅਦ ਟ੍ਰਾਇੰਗਲ ਇੱਕ ਤਾਂ ਪਈ ਆ ਕਿ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੋਨੋਂ ਵਾਰ ਇਸ ਨੇ ਜਿਹੜੀ ਆਪਣੀ ਪੋਜੀਸ਼ਨ ਆ ਉਹ ਚੇਂਜ ਕਰ ਲਈ ਆ, ਠੀਕ ਹੈ। ਤੇ ਸਰਕਲ ਸਾਨੂੰ ਇੱਥੇ ਮਿਲ ਰਿਹਾ, ਪਹਿਲਾਂ ਇੱਥੋਂ ਹੀ ਤੁਸੀਂ ਲੱਭ ਲਓ ਕਿ ਇਹ ਪੈਟਰਨ ਕੰਪਲੀਟ ਹੋ ਰਿਹਾ ਵਾ, ਕਿਉਂਕਿ ਬੋਰਡ ਤੋਂ ਬਿਨਾਂ ਇਹ ਜਿਹੜੇ ਸਾਮਾਨ ਨਹੀਂ ਸਮਝਾਇਆ ਜਾ ਸਕਦਾ ਇਸ ਦੇ ਉੱਤੇ। ਤੁਸੀਂ ਬਸ ਇੰਨਾ ਦੇਖ ਲਓ ਐਰੋ, ਜਦੋਂ ਇਹ ਰੋਟੇਟ ਹੋ ਰਿਹਾ ਵਾ, ਜਦੋਂ ਸਰਕਲ ਪਹਿਲਾਂ ਫਸਟ ਤੇ ਸੀਗਾ, ਫਿਰ ਸੈਕਿੰਡ ਤੇ ਆਇਆ, ਇਹਦੀ ਜਗ੍ਹਾ ਤੇ ਟ੍ਰਾਇੰਗਲ ਚਲੀ ਗਈ, ਠੀਕ ਹੈ। ਅਗਲੀ ਜਗ੍ਹਾ ਤੇ ਫਿਰ ਜਦੋਂ ਇਹਨੇ ਸਰਕਲ ਨੇ ਇਹ ਜਗ੍ਹਾ ਲਈ ਪਲੱਸ ਦੀ, ਤਾਂ ਪਲੱਸ ਇਹਦੇ ਉੱਪਰ ਚਲਿਆ ਗਿਆ। ਹੁਣ ਜਦੋਂ ਸਰਕਲ ਆ ਜਿਹੜਾ ਇਹਦੀ ਜਗ੍ਹਾ ਲਊਗਾ ਤਾਂ ਐਰੋ ਇੱਧਰ ਚਲਿਆ ਜਾਣਾ, ਠੀਕ ਹੈ। ਤਾਂ ਦੇਖੋ ਇਹ ਆਪਸ਼ਨ ਡੀ 'ਚ ਹੈਗਾ ਨਹੀਂਗਾ, ਤਾਂ ਆਪਸ਼ਨ ਬੀ ਹੀ ਇੱਥੇ ਰਾਈਟ ਆਨਸਰ ਹੈ, ਠੀਕ ਹੈ। ਅਗਲਾ ਪ੍ਰਸ਼ਨ, ਉਹ ਸੰਖਿਆ ਦੀ ਚੋਣ ਕਰੋ ਜੋ ਹੇਠਾਂ ਦਿੱਤੀ ਪ੍ਰਸ਼ਨ ਲੜੀ ਦੀ ਥਾਂ ਤੇ ਪ੍ਰਸ਼ਨ ਚਿੰਨ੍ਹ ਦੀ ਥਾਂ ਤੇ ਆ ਸਕਦੀ ਆ। ਤਾਂ ਹਾਂਜੀ ਉਹ ਸੰਖਿਆ ਲੱਭਣੀ ਆ। ਸਭ ਤੋਂ ਪਹਿਲਾਂ ਤੁਸੀਂ ਲਾਉਣਾ ਡਿਫਰੈਂਸ ਮੈਥਡ। 17 ਤੇ 23 ਦੇ ਵਿਚਕਾਰ ਕਿੰਨੇ ਨੰਬਰਾਂ ਦਾ ਡਿਫਰੈਂਸ ਆ? 17 ਤੇ 23 ਦੇ ਵਿਚਕਾਰ 6 ਨੰਬਰ ਦਾ ਡਿਫਰੈਂਸ ਆ, ਠੀਕ ਹੈ। ਫਿਰ 30 ਤੇ 23 ਦੇ ਵਿਚਕਾਰ 7 ਦਾ ਵਾ, 38 ਦੇ ਵਿਚਕਾਰ 8 ਦਾ, ਮਤਲਬ ਅਗਲੇ ਨੰਬਰ ਦੇ ਵਿੱਚ 9 ਦਾ ਹੋਊਗਾ। ਦੇਖੋ 17 ਤੇ 6 23, 23 ਤੇ 7 30, 30 ਤੇ 8 38, 38 ਤੇ 9, 38 ਤੇ 9 ਦੱਸੋ ਜੀ ਕਿੰਨੇ ਹੋਣਗੇ ਜਲਦੀ ਨਾਲ। 38 ਦੇ ਵਿੱਚ ਜਦੋਂ ਤੁਸੀਂ 9 ਜੋੜੋਗੇ ਤਾਂ ਇਹ ਤੁਹਾਡੇ ਕੋਲੇ ਬਣਨਗੇ 47। ਆਪਸ਼ਨ ਬੀ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ, ਦਿੱਤਾ ਹੋਇਆ ਵੈਨ ਚਿੱਤਰ ਆ, ਜਿਹੜੀ ਵੈਨ ਡਾਇਗਰਾਮ ਆ, ਇਹ ਭੌਤਿਕ ਵਿਗਿਆਨ ਜਾਣੀ ਕਿ ਫਿਜ਼ਿਕਸ, ਕੈਮਿਸਟਰੀ, ਮੈਥ ਅਤੇ ਕੰਪਿਊਟਰ ਸਾਇੰਸ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਦਰਸਾਉਂਦਾ। ਉਸ ਖੇਤਰ ਦੀ ਪਛਾਣ ਕਰੋ ਜਿਹੜਾ ਉਹਨਾਂ ਵਿਦਿਆਰਥੀਆਂ ਨੂੰ ਦਰਸਾਉਂਦਾ ਜਿਹੜੇ ਕਿ ਭੌਤਿਕ ਵਿਗਿਆਨ ਅਤੇ ਗਣਿਤ ਦੋਵੇਂ ਪੜ੍ਹਦੇ ਹਨ ਪਰ ਕੰਪਿਊਟਰ ਵਿਗਿਆਨ ਅਤੇ ਰਸਾਇਣਿਕ ਨਹੀਂ ਪੜ੍ਹਦੇ। ਤੁਸੀਂ ਉਹਦੀ ਪਛਾਣ ਕਰਨੀ ਆ ਜਿਹੜੇ ਭੌਤਿਕ ਵਿਗਿਆਨ ਪੜ੍ਹਦੇ ਆ, ਗਣਿਤ ਪੜ੍ਹਦੇ ਆ ਪਰ ਕੰਪਿਊਟਰ ਵਿਗਿਆਨ ਅਤੇ ਰਸਾਇਣਿਕ ਵਿਗਿਆਨ ਨਹੀਂ ਪੜ੍ਹਦੇ। ਮਤਲਬ ਤੁਸੀਂ ਉਹ ਵਿਦਿਆਰਥੀ ਲੈਣੇ ਜਿਹੜੇ ਭੌਤਿਕ ਵਿਗਿਆਨ ਅਤੇ ਗਣਿਤ ਦੋਵਾਂ ਚ ਆਉਂਦੇ ਹੋਣ। ਭੌਤਿਕ ਵਿਗਿਆਨ, ਹਾਂਜੀ ਅਸੀਂ ਹੁਣ ਮੈਥ ਤੇ ਉਹਦੇ ਬੱਚੇ ਦੇਖਣੇ ਆ। ਦੇਖੋ ਭੌਤਿਕ ਵਿਗਿਆਨ ਜਾਣੀ ਕਿ ਮੈਥ ਅਤੇ ਫਿਜ਼ਿਕਸ, ਮੈਥ ਅਤੇ ਫਿਜ਼ਿਕਸ ਦੇ ਵਿੱਚ ਦੇਖਣੇ ਆ ਕਿ ਕਿਹੜੇ ਬੱਚੇ ਕਾਮਨ ਨੇ ਪਰ ਉਹ ਕੰਪਿਊਟਰ ਅਤੇ ਰਸਾਇਣਿਕ ਵਿਗਿਆਨ ਦੇ ਵਿੱਚ ਨਾ ਆਉਂਦੇ ਹੋਣ, ਜਾਣੀ ਕਿ ਮੈਥ ਅਤੇ ਫਿਜ਼ਿਕਸ 'ਚ ਆਉਂਦੇ ਹੋਣ ਪਰ ਕੰਪਿਊਟਰ ਦੇ ਵਿੱਚ ਨਾ ਆਉਂਦਾ ਹੋਵੇ, ਨਾ ਕੈਮਿਸਟਰੀ ਦੇ ਵਿੱਚ ਆਉਂਦਾ ਹੋਵੇ। ਤੇ ਇਕੱਲਾ ਈ ਪਿਆ ਵਾ ਜਿਹੜਾ ਕਿ ਮੈਥ ਵੀ ਪੜ੍ਹਦਾ ਵਾ, ਫਿਜ਼ਿਕਸ ਵੀ ਪੜ੍ਹ ਰਿਹਾ ਪਰ ਕੈਮਿਸਟਰੀ ਤੇ ਕੰਪਿਊਟਰ ਨਹੀਂ ਪੜ੍ਹ ਰਿਹਾ, ਤਾਂ ਓਨਲੀ ਈ ਆ। ਤਾਂ ਆਪਸ਼ਨ ਨੰਬਰ ਇੱਥੇ ਡੀ ਰਾਈਟ ਆਨਸਰ ਹੋਵੇਗਾ। ਅਗਲਾ ਪ੍ਰਸ਼ਨ ਆ ਜੀ, ਹਾਂਜੀ ਦਿੱਤੀ ਗਈ ਲੜੀ ਵਿੱਚ ਪ੍ਰਸ਼ਨ ਚਿੰਨ੍ਹ ਦੀ ਥਾਂ ਤੇ ਕਿਹੜਾ ਅੱਖਰ ਆਵੇਗਾ? ਤਾਂ ਦਿੱਤੀ ਹੋਈ ਲੜੀ ਦੇ ਵਿੱਚ ਸਭ ਤੋਂ ਪਹਿਲਾਂ ਦੇਖੋ V ਕਿੰਨੇ ਨੰਬਰ ਤੇ ਹੁੰਦਾ y ਤੇ, ਫਿਰ T ਕਿੰਨੇ ਤੇ ਹੁੰਦਾ 20 ਤੇ, ਇਹ ਨੰਬਰ ਅਸੀਂ ਪਤਾ ਕਰਨਾ ਹੈ। J ਕਿੰਨੇ ਤੇ ਹੁੰਦਾ ਵਾ? J ਹੁੰਦਾ ਜੀ 10 ਤੇ V ਹੁੰਦਾ ਵਾ ਅੱਗੇ 2 ਨੰਬਰ ਤੇ, ਠੀਕ ਹੈ। ਹੁਣ ਆਪਾਂ ਦੇਖੋ ਡਿਫਰੈਂਸ ਚੈੱਕ ਕਰੋ, ਪਹਿਲਾਂ 2 ਦਾ ਵਾ, ਠੀਕ ਹੈ, ਇਸ ਨੰਬਰ ਦੇ ਵਿੱਚ ਅਸੀਂ ਪਤਾ ਕਰਨਾ ਤੇ ਇੱਥੋਂ ਇਸ ਨੰਬਰ ਦੇ ਵਿੱਚ, ਫਿਰ ਲਾਸਟ ਦੇ ਜਦੋਂ ਅਸੀਂ ਚੈੱਕ ਕਰਦੇ ਹਾਂ ਤਾਂ ਇੱਥੇ 8 ਦਾ, ਮਤਲਬ ਜੇ ਇੱਥੇ 2 ਦਾ ਡਿਫਰੈਂਸ ਆ ਤਾਂ ਮਗਰ ਕਿੰਨੇ ਦਾ ਹੋਊਗਾ? ਬਣੂਗਾ 4 ਦਾ ਤੇ ਇੱਥੇ 6 ਦਾ। ਦੇਖੋ ਇਹ ਬਣ ਰਿਹਾ ਨਾ 2 4 6 8, ਤਾਂ B 2 B ਚੋਂ 2 ਮਾਈਨਸ ਕੀਤੇ, 22 ਚੋਂ 2 ਮਾਈਨਸ ਕੀਤੇ ਤਾਂ ਇਹ ਬਣ ਗਿਆ B, 20 ਚੋਂ 4 ਮਾਈਨਸ ਕੀਤੇ 16, ਮਤਲਬ ਇੱਥੇ ਬਣਨਾ 16 ਤੇ ਕਿਹੜਾ ਨੰਬਰ ਆਉਂਦਾ ਵਾ? P। ਜਦੋਂ 16 ਤੇ ਅਸੀਂ P ਲੈ ਲਿਆ, 16 ਚੋਂ 6 ਮਾਈਨਸ ਕੀਤੇ 10, 10 ਚੋਂ 8 ਕੀਤੇ 2, ਮਤਲਬ ਇਹ ਲੜੀ ਬਣ ਰਹੀ ਹੈ ਨਾ, ਤਾਂ ਆਪਸ਼ਨ B ਇੱਥੇ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ, ਉਸ ਸੰਖਿਆ ਦੀ ਚੋਣ ਕਰੋ ਜੋ ਦਿੱਤੀ ਗਈ ਖਾਲੀ ਜਗ੍ਹਾ ਤੇ ਆਵੇਗੀ। ਸਭ ਤੋਂ ਪਹਿਲਾਂ 5 ਤੇ 13 ਤੇ 18 ਦੇ ਵਿੱਚ 5 ਦਾ ਡਿਫਰੈਂਸ ਆ, 18 ਤੇ 25 ਦੇ ਵਿੱਚ 7 ਦਾ, ਫਿਰ 25 ਤੇ 30 ਦੇ ਵਿੱਚ 5 ਦਾ, 30 ਤੇ 37 ਦੇ ਵਿੱਚ 7 ਦਾ, ਫਿਰ 37 ਤੇ 42 ਦੇ ਵਿੱਚ 5 ਦਾ, ਮਤਲਬ 42 ਤੋਂ ਅਗਲਾ ਨੰਬਰ ਆ ਜਿਹੜਾ ਉਹਨਾਂ ਤੇ ਉਹਦੇ ਵਿੱਚ ਕਿਹੜਾ ਡਿਫਰੈਂਸ ਹੋਊਗਾ? 7 ਦਾ, ਮਤਲਬ 49 ਨੰਬਰ ਆਊਗਾ। ਕਿਵੇਂ ਪਤਾ ਲੱਗਿਆ 49 ਆਊਗਾ? 13 ਤੇ 5 18, 18 ਤੇ 7 25, 25 ਤੇ 5 ਇੱਕ ਵਾਰੀ 5 ਜੋੜੀ ਚੱਲੋ, ਇੱਕ ਵਾਰੀ 7 ਜੋੜੀ ਚੱਲੋ, ਤਾਂ ਇੱਥੇ ਪਤਾ ਲੱਗ ਗਿਆ। ਹਾਂਜੀ ਇਸ ਦੇ ਨਾਲ ਸਾਡਾ ਅੱਜ ਦਾ ਇਹ ਮੌਕ ਟੈਸਟ ਆ ਜੋ ਖਤਮ ਹੁੰਦਾ ਹੈ। ਤੇ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ।